ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਰਾਮ ਰਹੀਮ ਦੇ ਪੰਜਾਬ ਦੇ ਅੰਦਰ ਨਵੇਂ ਡੇਰੇ ਨੂੰ ਖੁੱਲ੍ਹਣ ਨੂੰ ਲੈ ਕੇ ਚਰਚਾਵਾਂ ਸੀ ਤੇ ਉਸ ਤੋਂ ਬਾਅਦ ਵਿਵਾਦ ਜਿਹੜਾ ਉਸ ਪੂਰੇ ਮਾਮਲੇ ਤੇ ਖੜਾ ਹੋਇਆ। ਸਿੱਖ ਜਥੇਬੰਦੀਆਂ ਇਹ ਗੱਲ ਕਹਿਣ ਲੱਗੀਆਂ ਕਿ ਅਸੀਂ ਡੇਰਾ ਨਹੀਂ ਬਣਨ ਦੇਵਾਂਗੇ, ਤਾਂ ਦੂਜੇ ਪਾਸੇ ਰਾਮ ਰਹੀਮ ਦੇ ਸਮਰਥਕ ਜਿਹੜੇ ਆ ਡੇਰਾ ਬਣਾਉਣ ਨੂੰ ਲੈ ਕੇ ਅੜੇ ਹੋਏ ਆ। ਤੇ ਹੁਣ ਪੰਜਾਬ ਸਰਕਾਰ ਵੀ ਇਹਦੇ ਵਿੱਚ ਆ ਗਈ ਹੈ। ਪੰਜਾਬ ਸਰਕਾਰ ਕੀ ਗੱਲ ਕਹਿ ਰਹੀ ਹੈ? ਪੰਜਾਬ ਸਰਕਾਰ ਸਿੱਖ ਜਥੇਬੰਦੀਆਂ ਦੇ ਨਾਲ ਖੜੀ ਹੈ ਜਾਂ ਰਾਮ ਰਹੀਮ ਦੇ ਨਾਲ ਖੜੀ ਹੈ? ਕਿਹਦੇ ਨਾਲ ਖੜੀ ਹੈ ਉਹ ਤੁਹਾਨੂੰ ਜਿਹੜੀ ਹੈ ਉਹ ਗੱਲਬਾਤ ਇਸ ਪੂਰੇ ਮਾਮਲੇ 'ਚ ਦੱਸਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਰਾਜਪਾਲ ਦੇ ਵਿਚਕਾਰ ਰੇੜਕਾ ਹਲੇ ਵੀ ਬਰਕਰਾਰ ਹੈ। ਹਲੇ ਵੀ ਆਪਸੀ ਖਿੱਚੋਤਾਣ ਜਿਹੜੀ ਲਗਾਤਾਰ ਜਾਰੀ ਹੈ। ਹੁਣ ਮਾਮਲਾ ਕੀ ਹੋ ਗਿਆ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਉਧਰ ਕੇਂਦਰ ਨੇ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਲਈ, ਤੇ ਉਧਰ ਵਿਰੋਧੀਆਂ ਨੇ ਭਗਵੰਤ ਸਿੰਘ ਮਾਨ ਤੇ ਸਵਾਲ ਚੁੱਕ ਦਿੱਤੇ ਹੈ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਸਿੰਘ ਮਾਨ ਨੇ ਜਿਹੜਾ ਉਹ ਪੰਜਾਬ ਅਸਿੱਧੇ ਤੌਰ ਤੇ ਭਾਜਪਾ ਨੂੰ ਦੇ ਦਿੱਤਾ ਹੈ ਤੇ ਗੋਡੇ ਜਿਹੜੇ ਆ ਉਹ ਟੇਕ ਦਿੱਤੇ ਨੇ। ਕਿਉਂ ਅਜਿਹੀ ਗੱਲਬਾਤ ਕਹੀ ਜਾ ਰਹੀ ਹੈ? ਕੀ ਅਜਿਹਾ ਐਲਾਨ ਕਰ ਦਿੱਤਾ ਹੈ ਅਮਿਤ ਸ਼ਾਹ ਨੇ ਜਿਹਦੇ ਕਰਕੇ ਵਿਰੋਧੀ ਅਜਿਹੀਆਂ ਗੱਲਾਂ ਕਹਿਣ ਲਈ ਮਜਬੂਰ ਨੇ? ਵਿਰੋਧੀ ਇਹ ਗੱਲ ਕਹਿ ਰਹੇ ਨੇ ਕਿ ਇਸ ਦੇ ਨਾਲ ਦਖਲ ਅੰਦਾਜ਼ੀ ਬੀਜੇਪੀ ਦੀ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਵੱਧ ਜਾਊਗੀ। ਕੀ ਗੱਲਬਾਤ ਹੈ ਉਹ ਤੁਹਾਨੂੰ ਦੱਸਾਂਗੇ। ਨਾਲ ਹੀ ਨਾਲ ਖਬਰਾਂ ਜਿਹੜੀਆਂ ਕੁਝ ਹੋਰ ਵੀ ਨੇ ਉਹਨਾਂ ਤੇ ਵੀ ਵਿਸਤਾਰਪੂਰਵਕ ਜਿਹੜੀ ਚਰਚਾ ਕਰਾਂਗੇ। ਜਿਵੇਂ ਸੁਖਬੀਰ ਸਿੰਘ ਬਾਦਲ ਦੀ SGPC ਦੀ ਪ੍ਰਧਾਨਗੀ ਜਿਹੜੀ ਆ ਉਹ ਚੋਣ ਹੋਣੀ ਆ। ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਤਾਂ ਲਗਾਤਾਰ ਵੱਧ ਰਹੀਆਂ ਨੇ। ਹੁਣ ਇੱਕ ਹੋਰ ਜਿਹੜੀ ਬਗਾਵਤ ਹੋ ਗਈ ਹੈ। ਕਿਹੜੀ ਬਗਾਵਤ ਹੈ? ਕੀ ਕੁਝ ਗੱਲਬਾਤ ਹੈ? ਗੱਲਬਾਤ ਕਰਨੀ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਰਾਮ ਰਹੀਮ ਦੇ ਡੇਰੇ ਸੰਬੰਧੀ ਵੀ ਕਰ ਲੈਂਦੇ ਆ, ਜਿੱਥੇ ਰਾਮ ਰਹੀਮ ਦੇ ਸਮਰਥਕ ਤੇ ਰਾਮ ਰਹੀਮ ਡੇਰਾ ਬਣਾਉਣ ਦੀ ਗੱਲ ਕਰ ਰਹੇ ਆ ਤੇ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਭਾਈ ਡੇਰਾ ਨਹੀਂ ਬਣ ਦਿਆਂਗੇ, ਕਿਸੇ ਵੀ ਹਾਲਤ ਦੇ ਵਿੱਚ ਸਮਾਣੇ ਦੇ ਵਿੱਚ ਜਿਹੜਾ ਡੇਰਾ ਬਣਨਾ ਉਹ ਨਹੀਂ ਬਣ ਦਿਆਂਗੇ। ਤਾਂ ਅਜਿਹੇ ਦੇ ਵਿੱਚ ਆਪਾਂ ਵੀ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ ਕਿ ਭਾਈ ਇਹਦੇ ਨਾਲ ਕੀ ਆ, ਆਪਸੀ ਪੰਜਾਬ ਦੇ ਲੋਕਾਂ ਦੇ ਵਿੱਚ ਖਿੱਚੋਤਾਣ ਵੱਧ ਸਕਦੀ ਹੈ, ਆਪਸੀ ਭਾਈਚਾਰੇ ਦੇ ਵਿੱਚ ਜਿਹੜੀ ਖਟਾਸ ਆ ਸਕਦੀ ਹੈ। ਇੱਕ ਵਾਰ ਫਿਰ ਤੋਂ ਹਾਲਾਤ ਜਿਹੜੇ ਆ ਉਹ ਖਰਾਬ ਪੰਜਾਬ ਦੇ ਅੰਦਰ ਹੋ ਸਕਦੇ ਨੇ। ਤਾਂ ਇਹਦਾ ਪੰਜਾਬ ਨੂੰ ਜਿਹੜਾ ਇੱਕ ਸਖਤ ਕੋਈ ਇਹਦਾ ਸਟੈਂਡ ਲੈਣਾ ਚਾਹੀਦਾ ਹੈ। ਤੇ ਹੁਣ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਸਟੈਂਡ ਲਿਆ। ਕੀ ਸਟੈਂਡ ਲਿਆ ਪੰਜਾਬ ਸਰਕਾਰ ਨੇ? ਕਿਹਦੇ ਹੱਕ ਦੇ ਵਿੱਚ ਭੁਗਤੀ ਹੈ? ਰਾਮ ਰਹੀਮ ਦੇ ਜਾਂ ਫਿਰ ਆਪਾਂ ਕਹੀਏ ਕਿ ਸਿੱਖਾਂ ਦੇ, ਸਿੱਖ ਜਥੇਬੰਦੀਆਂ ਦੇ? ਕਿਹਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਭੁਗਤਦੀ ਨਜ਼ਰ ਆ ਰਹੀ ਹੈ ਤੇ ਡੇਰੇ ਸੰਬੰਧੀ ਕੀ ਫੈਸਲਾ ਲੈ ਰਹੀ ਹੈ ਪੰਜਾਬ ਸਰਕਾਰ? ਸੁਖਵਿੰਦਰ ਜੀ, ਪੰਜਾਬ ਸਰਕਾਰ ਨੇ ਡੇਰੇ ਦੇ ਸੰਬੰਧੀ ਕੀ ਫੈਸਲਾ ਲਿਆ ਜਾਂ ਕੀ ਫੈਸਲਾ ਨਹੀਂ ਲਿਆ, ਇਹ ਤਾਂ ਗੱਲ ਆਪਾਂ ਬਾਅਦ ਚ ਕਰਦੇ ਹਾਂ। ਪਰ ਜਿਸ ਤਰੀਕੇ ਨਾਲ ਰਾਮ ਰਹੀਮ ਦੀਆਂ ਗਤੀਵਿਧੀਆਂ ਇਹਨਾਂ ਦਿਨਾਂ ਚ ਵੱਧ ਰਹੀਆਂ ਉਹ ਜ਼ਰੂਰ ਚਿੰਤਾਜਨਕ ਨੇ। ਬੰਦਾ ਜੇਲ੍ਹ ਤੋਂ ਪੈਰੋਲ ਤੇ ਆਇਆ, ਪੈਰੋਲ ਤੇ ਆਣ ਕੇ ਜਿਸ ਤਰੀਕੇ ਨਾਲ ਉਹ ਸਤਸੰਗ ਕਰ ਰਿਹਾ ਔਰ ਆਨਲਾਈਨ ਲੋਕਾਂ ਦੀਆਂ ਗੱਲਾਂ ਕਰ ਰਿਹਾ, ਔਰ ਉਹਦੀ ਤੁਸੀਂ ਵੇਸ਼ਭੂਸ਼ਾ ਤੁਸੀਂ ਦੇਖੋ, ਉਹਦੇ ਬਸਤਰ ਵੇਖੋ, ਉਹਦਾ ਮੂੰਹ ਮੱਥਾ ਦੇਖੋ, ਉਹ ਕਦੇ ਲੱਗਦਾ ਕਿਸੇ ਪੱਖ ਤੋਂ ਕਿ ਉਹ ਬੰਦਾ ਜੇਲ੍ਹ ਤੋਂ ਆਇਆ? ਉਹ ਤੇ ਇਦਾਂ ਲੱਗਣ ਡਿਆ ਕਿ ਜਿਵੇਂ ਪਤਾ ਨਹੀਂ ਕਿ ਕੋਈ ਡੈਪੂਟੇਸ਼ਨ ਤੋਂ ਬਾਹਰ ਆਣ ਕੇ ਉਸਦੀ ਸਥਿਤੀ ਇਦਾਂ ਦੀ ਹੈ ਕਿ ਬਿਲਕੁਲ ਕਿਸੇ ਦੂਜੇ ਸਥਾਨ ਤੋਂ ਆਇਆ ਤੇ ਆਣ ਕੇ ਉਹ ਸਤਸੰਗ ਕਰਨਾ ਸ਼ੁਰੂ ਕਰਤਾ। ਤਾਂ ਇਹਦੇ ਵਿੱਚ ਜਿਹੜੀ ਹਰਿਆਣਾ ਸਰਕਾਰ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਭਾਜਪਾ ਜਿਹੜੀ ਮਨੋਹਰ ਲਾਲ ਖੱਟਰ ਦੀ ਸਰਕਾਰ ਆ, ਉਹ ਰਾਜਨੀਤਿਕ ਇਹੋ ਜਿਹੇ ਦਾਅ ਪੇਚ ਖੇਡਦੀ ਪਈ ਆ ਕਿ ਜਿਹਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਤਾਂ ਖਰਾਬ ਹੋਵੇ ਹੀ ਹੋਵੇ, ਬਾਕੀ ਦੂਜੇ ਪਾਸੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਵੀ, ਉਹਨਾਂ 'ਚ ਵੀ ਇਸ ਦੇ ਪ੍ਰਤੀ ਇੱਕ ਵਿਰੋਧ ਜਿਹੜਾ ਉਹ ਤਿਆਰ ਹੋਣ ਦੀ ਸੂਰਤ ਜਿਹੜੀ ਆ ਉਹ ਨਜ਼ਰ ਆਉਂਦੀ ਪਈ ਆ। ਸੋ ਵੇਖੋ, ਇਹ ਕਿਹੋ ਜਿਹਾ ਕੈਦੀ ਆ, ਮਤਲਬ ਕੈਦੀ ਤੇ ਕਿਹਾ ਹੀ ਜਾਏਗਾ ਕਿਉਂਕਿ ਜਿਸ ਨੂੰ ਅਦਾਲਤ ਨੇ ਸਜ਼ਾ ਦਿੱਤੀ ਹੈ, ਕੈਦੀ ਹੈ ਬੰਦਾ, ਔਰ ਆਣ ਕੇ ਇੰਨੀ ਗੱਲ ਕਹਿ ਰਿਹਾ ਮੈਂ ਗੁਰੂ ਹਾਂ, ਮੈਂ ਗੁਰੂ ਰਹਾਂਗਾ, ਗੁਰੂ ਰਹਾਂਗਾ। ਲੱਖ ਵਾਰੀ ਬੜੀ ਵਾਰੀ ਉਹਨੇ ਤੇ ਪਿਛਲੇ ਦਿਨੀ ਉਹਨੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਦੋਂ ਅਗਿਆਤ ਸੂਤਰਾਂ ਦੀ ਉਹ ਗੱਲ ਕਰ ਰਿਹਾ ਸੀ। ਸੁਖਵਿੰਦਰ ਜੀ, ਉਹਦੀਆਂ ਗਤੀਵਿਧੀਆਂ ਜਿਹੜੀਆਂ ਹਨ ਉਹ ਨਿੰਦਣਯੋਗ ਨਹੀਂ। ਇਹਦੇ ਵਿੱਚ ਸਰਕਾਰ ਦਾ ਕੀ ਮਨਸ਼ਾ ਆ ਇਹ ਤਾਂ ਪਤਾ ਹੀ ਹੈ ਕਿ ਆਦਮਪੁਰ ਦੀ ਜਿਹੜੀ ਚੋਣ ਜਿਹੜੀ ਆ ਰਹੀ ਹੈ, ਸ਼ਾਇਦ ਇਸੇ ਕਰਕੇ, ਸ਼ਾਇਦ ਨਹੀਂ ਇਸੇ ਕਰਕੇ ਹੀ ਉਸਨੂੰ ਬਾਹਰ ਕੱਢਿਆ ਗਿਆ ਤੇ ਬਾਹਰ ਕੱਢ ਕੇ ਸਰਕਾਰ ਜਿਹੜੀ ਹੈ ਭਾਜਪਾ ਮਨੋਹਰ ਲਾਲ ਖੱਟਰ ਦੀ ਸਰਕਾਰ ਜਿਹੜੀ ਆ ਆਪਣੇ ਕੁਝ ਸਿਆਸੀ ਮਨੋਰਥਾਂ ਨੂੰ ਪੂਰਾ ਕਰਨ ਦੇ ਚੱਕਰ 'ਚ ਹੈਗੀ ਆ। ਪਰ ਇਹ ਇੱਕ ਚੰਗਾ ਸੰਕੇਤ ਨਹੀਂ। ਕਿੰਨੇ ਕੈਦੀ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਇਸ ਵੇਲੇ ਡੱਕੇ ਨੇ, ਕਦੀ ਵਿਚਾਰਿਆਂ ਨੂੰ ਪੈਰੋਲ ਹੀ ਨਹੀਂ ਮਿਲਦੀ, ਪਰ ਇਹ ਪੈਰੋਲ ਜਿਸ ਤਰੀਕੇ ਨਾਲ ਬਾਬੇ ਨੂੰ ਸ਼ਹਿ ਦਿੱਤੀ ਜਾ ਰਹੀ ਤੇ ਜ਼ਰੂਰ ਇਹ ਮਾਹੌਲ ਵਿਗਾੜਨ ਵਾਲੀ ਹੀ ਇੱਕ ਸੰਕੇਤ ਹੈਗਾ। ਪੰਜਾਬ ਦੇ ਵਿੱਚ ਤੇ ਅੱਗੇ ਹੀ ਰਾਮ ਰਹੀਮ ਦਾ ਜਿਹੜਾ ਵਿਰੋਧ ਆ ਬੜੇ ਵੱਡੇ ਪੱਧਰ ਤੇ ਹੁੰਦਾ।
ਹੁਣ ਆ ਜਿਹੜਾ ਪ੍ਰਸ਼ਨ ਤੁਸੀਂ ਮੈਨੂੰ ਕੀਤਾ ਉਦਣ ਆਨਲਾਈਨ satsang ਦੇ ਵਿੱਚ ਜਿਹੜੇ ਸਨਾਮ ਦੀ ਸੰਗਤ ਸੀ ਜਿਹੜੇ ਉਹਦੇ ਡੇਰਾ ਪ੍ਰੇਮੀ ਸੀ ਉਹਨਾਂ ਨੇ ਇੰਨੀ ਗੱਲ ਕਹੀ ਕਿ ਪਿਤਾ ਜੀ ਚਲੋ ਮੈਂ ਤਾਂ ਪਿਤਾ ਜੀ ਨਹੀਂ ਕਹਾਂਗਾ ਉਹਨਾਂ ਦੇ ਅਨੁਸਾਰ ਕਿ ਸਾਨੂੰ ਉੱਥੇ ਇੱਕ ਨਾਮ ਚਰਚਾ ਘਰ ਆ, ਸਾਨੂੰ ਉੱਥੇ ਡੇਰਾ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਅੱਗੋਂ ਬਾਬਾ ਵੀ ਕਹਿੰਦਾ ਹਾਂਜੀ ਤੁਸੀਂ ਜਿਹੜੇ ਪ੍ਰਬੰਧਕੀ ਅਧਿਕਾਰੀ ਨੇ ਬਲਾਕ ਦੇ ਉਹਨਾਂ ਨਾਲ ਗੱਲ ਕਰ ਲਿਓ, ਜਗ੍ਹਾ ਖਰੀਦ ਲਿਓ ਤਾਂ ਡੇਰਾ ਬਣਾ ਲਓ। ਤਾਂ ਪੰਜਾਬ 'ਚ ਪਹਿਲਾਂ ਇੱਕ ਡੇਰਾ ਸਲਾਬਤਪੁਰ ਤੇ ਅੱਗੇ ਹੀ ਆ ਬਠਿੰਡੇ ਦੇ ਲਾਗੇ ਜਿਹੜਾ ਹਮੇਸ਼ਾ ਚਰਚਾਵਾਂ ਦਾ ਕੇਂਦਰ ਰਿਹਾ, ਤਾਂ ਇਹਨੇ ਇਜਾਜ਼ਤ ਦੇ ਦਿੱਤੀ। ਤਾਂ ਕੁਦਰਤੀ ਤੌਰ ਤੇ ਜਦੋਂ ਸੁਨਾਮ 'ਚ ਇਹ ਡੇਰਾ ਬਣਨ ਦੀਆਂ ਗੱਲਾਂ ਸ਼ੁਰੂ ਹੋਈਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਾ ਵਿਰੋਧ ਕੀਤਾ, ਬਾਕੀ ਸਿੰਘ ਸੰਸਥਾਵਾਂ ਨੇ ਵੀ ਜਿਹੜਾ ਇਸ ਦਾ ਵਿਰੋਧ ਕੀਤਾ ਤੇ ਸਰਕਾਰ ਨੇ ਹੁਣ ਕੱਲ ਆਪਣਾ ਜਿਹੜਾ ਪੱਖ ਆ ਉਹ ਸਪਸ਼ਟ ਕੀਤਾ ਆ। ਹਾਲਾਂਕਿ ਇਹ ਬਿਆਨ ਸਰਕਾਰੀ ਤੌਰ ਤੇ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਆ, ਪਰ ਕਰਤਾਰ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹ ਇੱਕ ਧਾਰਮਿਕ ਸਮਾਗਮ ਦੇ ਵਿੱਚ ਸ਼ਾਮਲ ਹੋਏ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਡੇਰਾ ਬਣਨ ਦਾ ਤਾਂ ਸਵਾਲ ਹੀ ਪੈਦਾ ਪੰਜਾਬ 'ਚ ਨਹੀਂ ਹੁੰਦਾ। ਸੋ ਸਾਫ਼ ਸੰਕੇਤ ਨੇ ਕਿ ਪੰਜਾਬ ਸਰਕਾਰ ਤੋਂ ਵੀ ਪਤਾ ਕਿ ਇਹੋ ਜਿਹਾ ਜਿਹੜਾ ਇੱਕ ਸੰਵੇਦਨਸ਼ੀਲ ਮੁੱਦਾ ਜੇਕਰ ਪੰਜਾਬ ਸਰਕਾਰ ਇਸ ਮੁੱਦੇ ਤੇ ਉਹਨਾਂ ਨੂੰ ਇਜਾਜ਼ਤ ਦੇ ਦਿੰਦੀ ਹੈ ਸੁਨਾਮ ਦੇ ਵਿੱਚ ਡੇਰਾ ਬਣਾਉਣ ਦੀ, ਤਾਂ ਕੁਦਰਤੀ ਤੌਰ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵਾਸਤੇ ਪੈਦਾ ਹੋ ਸਕਦੀਆਂ ਨੇ। ਪਰ ਸੁਖਵਿੰਦਰ ਜੀ ਇੱਕ ਗੱਲ ਆਪਾਂ ਜ਼ਰੂਰ ਕਰ ਲਈਏ, ਕਿਉਂਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਸਟੈਂਡ ਆ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਉਲਟ ਰਿਹਾ। ਭਗਵੰਤ ਮਾਨ ਕੁਝ ਬੋਲਦਾ, ਅਰਵਿੰਦ ਕੇਜਰੀਵਾਲ ਜਦੋਂ ਵੀ ਉਹਨੇ ਗੱਲ ਕਰਨੀ ਆ ਉਹ ਪੂਰੇ ਸਿਨੈਰੀਓ ਨੂੰ ਧਿਆਨ ਵਿੱਚ ਰੱਖ ਕੇ ਬੋਲਦਾ। ਉਸਨੂੰ ਵੀ ਪਤਾ ਕਿ ਹਰਿਆਣੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਮੈਂ ਗੱਲ ਕਹਿਣਾ ਚਾਹੁੰਦਾ, ਮੈਂ ਇੱਥੇ ਇਸੇ ਗੱਲ ਤੇ ਆਉਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਸੰਧਵਾ ਸਾਹਿਬ ਨੇ ਇਹ ਬਿਆਨ ਦਿੱਤਾ ਹੈ ਕਿ ਉਸ ਬਿਆਨ ਨੂੰ ਪੂਰੀ ਹਾਈ ਕਮਾਨ ਜਾਂ ਫਿਰ ਆਪਾਂ ਕਹੀਏ ਕਿ ਸਰਕਾਰ ਦਾ ਬਿਆਨ ਮੰਨਿਆ ਜਾਵੇ, ਜਾਂ ਇੱਕ ਕਹਿੰਦੇ ਹੁੰਦੇ ਨਾ ਤੱਤ ਭੜਕ ਕੋਈ ਕੁਐਸਚਨ ਜਿਹੜਾ ਉਹ ਪੁੱਛ ਲਿਆ ਜਾਂਦਾ ਬਿਨਾਂ ਤਿਆਰੀ ਤੋਂ ਕਿਸੇ ਬੰਦੇ ਤੋਂ ਉਹ ਜਵਾਬ ਦੇ ਦਿੰਦਾ। ਕਿਉਂਕਿ ਆਦਮਪੁਰ ਦੀ ਚੋਣ ਤੇ ਉੱਥੇ ਵੀ ਆਮ ਆਦਮੀ ਪਾਰਟੀ ਦਾ ਵੀ ਉਮੀਦਵਾਰ ਖੜਾ ਹੈ। ਦੂਜੇ ਪਾਸੇ ਜਿਹੜੀ ਜਿਸ ਤਰੀਕੇ ਨਾਲ SYL ਤੇ ਲੜਾਈ ਚੱਲ ਰਹੀ ਸੀ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਚੋਣਾਂ ਲੜਨੀਆਂ ਤੇ ਉੱਥੇ ਸਿਰਸੇ ਵਾਲਿਆਂ ਦੀ ਵੋਟ ਬਹੁਤ ਹੈ। ਕੀ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਤੇ ਅਰਵਿੰਦ ਕੇਜਰੀਵਾਲ ਰਿਸਕ ਲੈ ਸਕਦੇ ਆ? ਤੇ ਨਾਲ ਹੀ ਜੇ ਮੈਂ ਗੱਲਬਾਤ ਕਰਾਂ ਕਿ ਪੰਜਾਬੀਆਂ ਨੇ ਜਿਹੜੀਆਂ ਭਾਵਨਾਵਾਂ ਨੇ, ਸਿੱਖਾਂ ਦੀਆਂ ਭਾਵਨਾਵਾਂ ਨੇ ਕਿ ਅਸੀਂ ਪੰਜਾਬ ਦੇ ਅੰਦਰ ਡੇਰੇ ਜਿਹੜੇ ਆ ਉਹ ਨਹੀਂ ਬਣ ਦੇਣੇ, ਤਾਂ ਕੀ ਲੱਗਦਾ ਹੈ ਕਿ ਉਹਨਾਂ ਭਾਵਨਾਵਾਂ ਦੇ ਉੱਪਰ ਅਰਵਿੰਦ ਕੇਜਰੀਵਾਲ ਖਰੇ ਉਤਰਨਗੇ ਜਾਂ ਫਿਰ ਹਰਿਆਣੇ ਦੇ ਵਿੱਚ ਵੋਟਾਂ ਦਾ ਲਾਹਾ ਲੈਣ ਦੇ ਲਈ ਕੁਝ ਨਾ ਕੁਝ ਉਹ ਕਰਨਗੇ? ਕਿਵੇਂ ਦੇਖਦੇ ਹੋ? ਜਾਂ ਫਿਰ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸੋਚੀ ਬੈਠੇ ਕਿ ਭਾਈ ਦੇਖੋ ਜੇ ਆਪਾਂ ਡੇਰਾ ਵੰਡ ਵੀ ਦੇ ਦਿੰਦੇ ਆ ਤਾਂ ਵੀ ਜਿਹੜਾ ਹੈਗਾ ਇਹਨਾਂ ਨੇ ਵੋਟਾਂ ਵਾਟਾਂ ਤਾਂ ਆਪਾਂ ਨੂੰ ਹਰਿਆਣਾ ਦੇ ਵਿੱਚ ਪਾਉਣੀਆਂ ਨਹੀਂ, ਕਿਉਂਕਿ ਬਾਬੇ ਨੂੰ ਬਾਹਰ ਲਿਆ ਕੇ ਇੱਕ ਖਾਸ ਪਾਰਟੀ ਜਿਹੜੀ ਆ ਉਹ ਲਾਹਾ ਪਹਿਲਾਂ ਹੀ ਕੱਟ ਰਹੀ ਆ। ਤਾਂ ਮੈਨੂੰ ਲੱਗਦਾ ਕਿ ਡੇਰਾ ਵੰਡ ਦੇ ਨਾਲ ਸਾਨੂੰ ਵੋਟਾਂ ਇਹਨਾਂ ਨੇ ਪਾਉਣੀਆਂ ਨਹੀਂ। ਕੀ ਲੱਗਦਾ ਹੈ, ਕੀ ਸੋਚਦੇ ਹੋਣਗੇ ਅਰਵਿੰਦ ਕੇਜਰੀਵਾਲ? ਸੁਖਵਿੰਦਰ ਜੀ ਬੜਾ ਵਧੀਆ ਵਿਸ਼ਲੇਸ਼ਣ ਜਿਹੜਾ ਤੁਸੀਂ ਅਰਵਿੰਦ ਕੇਜਰੀਵਾਲ ਦਾ ਕੀਤਾ, ਕਿਉਂਕਿ ਉਹ ਜਿਹੜੀ ਅਸੀਂ ਕਹਿ ਸਕਦੇ ਕਿ ਇਹੋ ਜਿਹੀ ਪਰਸਨੈਲਿਟੀ ਹੈ ਕਿ ਜਿਹਦੇ ਉਹਦੇ ਮਨ 'ਚ ਕੀ ਆ, ਪੰਜਾਬ 'ਚ ਕੁਝ ਹੁੰਦਾ, ਹਰਿਆਣੇ 'ਚ ਕੁਝ ਹੁੰਦਾ, ਦਿੱਲੀ ਜਾ ਕੇ ਕੁਝ ਹੁੰਦਾ ਤੇ ਗੁਜਰਾਤ ਜਾ ਕੇ ਕੁਝ ਹੁੰਦਾ। ਉਹਦੀ ਵਿਸ਼ਵਾਸ ਨੇ ਜਿਹੜੀ ਭਰੋਸੇਯੋਗਤਾ ਨਾ ਉਹਦੇ ਤੇ ਪ੍ਰਗਟ ਜਿਹੀ ਆਪਾਂ ਕਹਿ ਸਕਦੇ ਕਿ ਉਹ ਗਵਾ ਚੁੱਕੀ ਆ, ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੀ, ਜਿਸ ਤਰੀਕੇ ਨਾਲ SYL ਦੇ ਨਹਿਰ ਦੇ ਮੁੱਦੇ ਦੀ ਗੱਲ ਕੀਤੀ। ਹਾਂ, ਇਹ ਜਿਹੜੀ ਮਗਲ ਦੀ ਸਥਿਤੀ ਤੁਸੀਂ ਬਿਆਨ ਜਿਹੜੀ ਕੀਤੀ ਆ ਕਿ ਜੇਕਰ ਬਾਬੇ ਨੂੰ ਪੈਰੋਲ ਤੇ ਲਿਆਂਦਾ ਤਾਂ ਕੇਵਲ ਇੱਕ ਪਾਰਟੀ ਨਹੀਂ ਲਿਆਂਦਾ ਤੇ ਸ਼ਾਇਦ ਉਹੀ ਉਸਦਾ ਸਿਆਸੀ ਲਾਹਾ ਲੈਣ ਦੇ ਮੂਡ 'ਚ ਆ, ਤੇ ਆਪਾਂ ਕਾਹਨੂੰ ਇਸ ਗੱਲ ਦੀ ਗੱਲ ਕਰਦੇ ਹਾਂ, ਆਪਾਂ ਕਾਹਨੂੰ ਸੁਨਾਮ ਦੇ ਵਿੱਚ ਡੇਰਾ ਬਣਾ ਕੇ ਸਿੱਖ ਜਥੇਬੰਦੀਆਂ ਜਾਂ ਜਿਹੜੇ ਸਿੱਖ ਵੋਟਰ ਨੇ ਜਾਂ ਜਿਹੜੇ ਆਮ ਆਦਮੀ ਪਾਰਟੀ ਨਾਲ ਲੋਕ ਜੁੜੇ ਨੇ ਉਹਨਾਂ ਨੂੰ ਕਾਹਦੇ ਨਾਲ ਵਾਸਤੇ ਨਾਰਾਜ਼ ਕਰਦਾ ਹੋ ਸਕਦਾ। ਇੱਕ ਇਹ ਵੀ ਪੱਖ ਜਿਹੜਾ ਅਰਵਿੰਦ ਕੇਜਰੀਵਾਲ ਦਾ ਸੋਚਦੇ ਹੋਵੇ। ਪਰ ਸੁਖਵਿੰਦਰ ਜੀ ਜਿਸ ਤਰੀਕੇ ਦੀ ਅਰਵਿੰਦ ਕੇਜਰੀਵਾਲ ਦੀ ਬੀਤੇ ਦੌਰ 'ਚ ਅਸੀਂ ਕਹਿ ਸਕਦੇ ਕਿ ਗਤੀਵਿਧੀਆਂ ਰਹੀਆਂ ਨੇ, ਉਹਦੇ ਦੇ ਉੱਤੇ ਇਹ ਜਿਹੜਾ ਨਾ ਸ਼ੱਕ ਜਿਹੜਾ ਨਾ ਇਹ ਪੈਦਾ ਜ਼ਰੂਰ ਹੁੰਦਾ ਕਿ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਕੁਲਤਾਰ ਸੰਧਵਾ ਦੇ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਜੇ। ਕੁਲਤਾਰ ਸੰਧਵਾ ਦਾ ਬਿਆਨ ਇੱਕ ਤੱਟ ਬਿਆਨ ਆ ਕਿ ਜਿਸ ਤਰ੍ਹਾਂ ਉਹ ਪੱਤਰਕਾਰ ਨੇ ਪੁੱਛਿਆ, ਸਾਡੇ ਭਾਈਚਾਰੇ ਪੁੱਛ ਲੈਂਦੇ ਕਿ ਹਾਂ ਵੀ ਦੱਸੋ ਜਾਂਦਿਆਂ ਜਾਂਦਿਆਂ, ਤਾਂ ਅਗਲੇ ਨੇ ਵੀ ਉਸੇ ਤਰੀਕੇ ਨਾਲ ਜਿਹੜਾ ਜਵਾਬ ਦੇ ਦਿੱਤਾ। ਅਜੇ ਤੱਕ ਸਰਕਾਰੀ ਪੱਧਰ ਤੇ ਸੁਖਵਿੰਦਰ ਜੀ ਇਸ ਪੱਖ ਕੋਈ ਵੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਪੱਖ ਜਿਹੜਾ ਨਹੀਂ ਆਇਆ। ਸੋ ਅਜੇ ਇਸ ਮਾਮਲੇ ਦੇ ਉੱਤੇ ਸ਼ੰਕਾ ਹੀ ਪ੍ਰਗਟਾਈ ਜਾ ਸਕਦੀ ਹੈ। ਬਾਕੀ ਕੁਲਤਾਰ ਸੰਧਵਾ ਇੱਕ ਅੰਮ੍ਰਿਤਧਾਰੀ ਸਿੱਖ ਨੇ, ਉਹਨਾਂ ਦਾ ਇਹ ਸਪੀਕਰ ਦੇ ਵਿਧਾਨ ਸਭਾ ਤੇ ਜੇ ਉਹਨਾਂ ਨੇ ਵੀ ਕੁਝ ਬਿਆਨ ਇਹੋ ਜਿਹਾ ਦਿੱਤਾ ਤਾਂ ਸੋਚ ਸਮਝ ਕੇ ਦਿੱਤਾ ਹੋਵੇਗਾ। ਪਰ ਜਿਹੜੀ ਅਰਵਿੰਦ ਕੇਜਰੀਵਾਲ ਦੀ ਗੱਲ ਹੈਗੀ ਆ ਉਹ ਤਾਂ ਕਰਕੇ ਥੋੜੀ ਜਿਹੀ ਸ਼ੰਕਾਵਾਂ ਦੇ ਵਿੱਚ ਘਿਰ ਜਾਂਦੀ ਹੈ। ਸੁਖਵਿੰਦਰ ਜੀ ਤੁਸੀਂ ਆਪ ਸਥਿਤੀ ਬਿਆਨ ਕੀਤੀ ਆ, ਇੱਕ ਪਾਸੇ ਤਾਂ ਦਫ਼ਤਰ ਦੇ ਵਿੱਚ ਭੀਮ ਰਾਓ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲੱਗੀ ਆ ਤੇ ਦੂਜੇ ਪਾਸੇ ਫੋਟੋ ਭਗਤ ਸਿੰਘ ਦੀ ਲੱਗੀ ਆ, ਤੇ ਜਦੋਂ ਉਹ ਨੋਟਾਂ ਦੀ ਛਪਾਈ ਦੀ ਗੱਲ ਕਰਦਾ ਉਦੋਂ ਉਹ ਲక్ష్ਮੀ ਮਾਤਾ
ਤੇ ਗਣੇਸ਼ ਦੀ ਗੱਲ ਕਰਦਾ, ਉਦੋਂ ਫਿਰ ਉਹਦੇ ਜਿਹੜੇ ਸਰੋਕਾਰ ਨੇ ਉਹ ਬਦਲ ਜਾਂਦੇ ਨੇ। ਇਨਕਲਾਬੀ ਜਿਹੜੇ ਸਰੋਕਾਰ ਨੇ ਉਸ ਵਕਤ ਉਹਦੇ ਇਨਕਲਾਬੀ ਸਰੋਕਾਰ ਧਾਰਮਿਕ ਚ ਪਰਿਵਰਤਿਤ ਹੋ ਜਾਂਦੇ ਆ। ਸੋ ਤੁਹਾਡੀ ਪਰਸਨੈਲਿਟੀ ਦੇ ਇਹ ਜਿਹੜੇ ਬਦਲਦੇ ਪ੍ਰਪੇਖ ਨੇ, ਇਹੋ ਹੀ ਤੁਹਾਡੀ ਭਰੋਸੇਯੋਗਤਾ ਦੇ ਪ੍ਰਸ਼ਨ ਚਿੰਨ੍ਹ ਲਾਉਂਦੇ ਨੇ ਜਿਹੜੇ ਅਰਵਿੰਦ ਕੇਜਰੀਵਾਲ ਤੇ ਲੱਗ ਰਹੇ ਨੇ। ਬਾਕੀ ਕਰਤਾਰ ਸੰਧਵਾ ਦਾ ਬਿਆਨ ਜਿਹੜਾ, ਮੈਂ ਠੀਕ ਉਸਨੇ ਬਿਆਨ ਦਿੱਤਾ, ਪਰ ਬੜੀ ਸੋਹਣੀ ਤੁਸੀਂ ਗੱਲ ਕੀਤੀ। ਇਹ ਬਿਆਨ ਮੌਕੇ ਦੀ ਨਜ਼ਾਕਤ ਤੇ ਦਿੱਤਾ ਗਿਆ ਇੱਕ ਬਿਆਨ ਹੈ, ਇਸ ਨੂੰ ਸਰਕਾਰੀ ਜਾਂ ਸਰਕਾਰ ਵੱਲੋਂ ਦਿੱਤਾ ਬਿਆਨ ਨਹੀਂ ਮੈਂ ਸਮਝ ਸਕਦਾ। ਅਜੇ ਜਿਹੜੀ ਸਥਿਤੀ ਅਗਲੇ ਦਿਨਾਂ 'ਚ ਸਪਸ਼ਟ ਜਿਹੜੀ ਆ ਸਰਕਾਰ ਨੂੰ ਜ਼ਰੂਰ ਕਰਨੀ ਪਊਗੀ ਕਿ ਸਨਾਮ ਵਿੱਚ ਬਣ ਰਹੇ ਡੇਰੇ ਦੇ ਪ੍ਰਤੀ ਉਸਦਾ ਕੀ ਪ੍ਰਤੀਕਰਮ ਹੈ। ਜੀ ਬਿਲਕੁਲ ਬਿਲਕੁਲ। ਉਹਦੇ ਨਾਲ ਹੀ ਨਾਲ ਆਪਾਂ ਭਗਵੰਤ ਮਾਨ ਦੀ ਇੱਕ ਹੋਰ ਗੱਲਬਾਤ ਕਰ ਲਈਏ। ਸਾਰੇ ਸੂਬਿਆਂ ਦੇ ਗ੍ਰਹਿ ਮੰਤਰੀਆਂ ਦੇ ਨਾਲ ਮੁਲਾਕਾਤ ਜਿਹੜੀ ਹੈ ਅਮਿਤ ਸ਼ਾਹ ਦੀ ਹੋਈ। ਉਸ ਤੋਂ ਬਾਅਦ ਅਮਿਤ ਸ਼ਾਹ ਅਚਾਨਕ ਐਲਾਨ ਕਰ ਦਿੰਦੇ ਆ ਕਿ ਸਾਰੇ ਸੂਬਿਆਂ ਦੇ ਵਿੱਚ NIA ਦੇ ਦਫ਼ਤਰ ਜਿਹੜੇ ਆ ਉਹ ਹੋਣਗੇ, ਜਿਵੇਂ ਪਹਿਲਾਂ ED ਦੇ ਵੀ ਹੈਗੇ ਆ। ਤਾਂ ਉਸੇ ਤਰੀਕੇ ਦੇ ਨਾਲ ਕਹਿੰਦੇ NIA ਦੇ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਹੈਗੇ ਦਫ਼ਤਰ ਹੋਣਗੇ। ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਹਿੱਤ ਜਿਹੜੇ ਆ ਉਹ ਭਾਜਪਾ ਨੂੰ ਵੇਚ ਦਿੱਤੇ ਆ ਤੇ ਉਹਨਾਂ ਦੇ ਅੱਗੇ ਗੋਡੇ ਟੇਕ ਦਿੱਤੇ ਆ। ਕਿਵੇਂ ਦੇਖਦੇ ਹੋ ਅਣਖੀ ਸਾਹਿਬ ਦੋ ਚੀਜ਼ਾਂ ਨੇ? ਕਿਉਂਕਿ ਦੋ ਚੀਜ਼ਾਂ ਖਿਆਲ ਦੇ ਵਿੱਚ ਆਉਂਦੀਆਂ ਨੇ। ਇੱਕ ਤਾਂ ਇਹੀ ਮਨ ਦੇ ਵਿੱਚ ਆਉਂਦੀ ਗੱਲ ਕਿ ਵਾਕਈ ਜਿਹੜੀ ਭਾਜਪਾ ਦੀ NIA ਦੇ ਨਾਲ, ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਆਏ ਆ ਕਿ ਕੇਂਦਰੀ ਏਜੰਸੀਆਂ ਦੀ ਜਿਹੜੀ ਆ ਦਖਲ ਅੰਦਾਜ਼ੀ ਕਿਸ ਤਰੀਕੇ ਦੇ ਨਾਲ ਵੋਟਾਂ ਦੇ ਵਿੱਚ ਆਉਂਦੀ ਹੈ, ਤਾਂ ਇੱਕ ਤਾਂ ਉਹ ਚੀਜ਼ ਜਿਹੜੀ ਆਪਾਂ ਦੇਖਦੇ ਆਏ ਆ ਲਗਾਤਾਰ। ਇੱਕ ਤਾਂ ਇਹ ਚੀਜ਼ ਮਨ ਦੇ ਵਿੱਚ ਅਕਾਲੀ ਦਲ ਵਾਲੀ ਆਉਂਦੀ ਹੈ ਕਿ ਭਾਈ ਸਿੱਧੇ ਤੌਰ ਤੇ ਭਾਜਪਾ ਦੀ ਦਖਲ ਅੰਦਾਜ਼ੀ ਪੰਜਾਬ ਦੇ ਵਿੱਚ ਵੱਧ ਜਾਊਗੀ। ਤਾਂ ਦੂਜੇ ਪਾਸੇ ਜੇ ਦੇਖੀਏ ਕਿ ਭਾਰਤ ਦਾ ਸਰਹੱਦੀ ਸੂਬਾ ਪਾਕਿਸਤਾਨ ਦੇ ਨਾਲ ਲੱਗਦਾ ਪੰਜਾਬ ਹੈ, ਔਰ ਜੇ ਗੱਲ ਕਰੀਏ ਕਿ ਇੱਥੇ ਕੇਂਦਰੀ ਏਜੰਸੀਆਂ ਦਾ ਹੋਣਾ ਜ਼ਰੂਰੀ ਵੀ ਹੈ, ਹਾਲਾਂਕਿ ਪਹਿਲਾਂ ਵੀ ਹੈਗੀਆਂ ਨੇ। ਦੋਵੇਂ ਚੀਜ਼ਾਂ ਦੇ ਵਿੱਚ ਤੁਸੀਂ ਕਿਸ ਨੂੰ ਜਿਹੜਾ ਜ਼ਿਆਦਾ ਤਰਜੀਹ ਦਿੰਦੇ ਹੋ? ਇੱਕ ਤਾਂ ਇਹ ਸੁਰੱਖਿਆ ਦੇ ਪੱਖੋਂ NIA ਹੋ ਸਕਦੀ ਹੈ, ਜਾਂ ਫਿਰ ਉਹਨਾਂ ਨੇ ਵੀ ਸਿਆਸਤ ਪੱਖੋਂ ਹੀ ਆਪਣਾ ਇੱਕ ਦਾ ਮਜ਼ਬੂਤ ਕਰਨ ਦੇ ਲਈ, ਹੱਥ ਮਜ਼ਬੂਤ ਕਰਨ ਲਈ ਪੰਜਾਬ ਦੇ ਵਿੱਚ ਇਹ ਖੇਡਿਆ ਹੋ ਸਕਦਾ ਹੈ। ਤਾਂ ਦੂਜੇ ਪਾਸੇ ਜਿਸ ਤਰੀਕੇ ਨਾਲ ਭਗਵੰਤ ਮਾਨ ਲਗਾਤਾਰ ਭਾਜਪਾ ਦੇ ਅੱਗੇ ਲੱਗ ਇੰਝ ਰਿਹਾ ਹੈ ਕਿ ਝੁਕਦੇ ਜੇ ਜਾ ਰਹੇ ਆ ਵੱਖ-ਵੱਖ ਚੀਜ਼ਾਂ ਤੇ। ਆਪਾਂ ਦੇਖੀਏ ਪੰਜਾਬ ਦੇ ਵਿੱਚ ਮੋਦੀ ਆਉਂਦੇ ਆ, ਫੁੱਲ ਤਾਰੀਫ ਕਰਦੇ ਆ, ਫਿਰ ਸ਼ਰਮਿੰਦਾ ਹੁੰਦੇ ਆ, ਕਹਿੰਦੇ ਕਿ ਤੁਹਾਨੂੰ ਕਿਸਾਨਾਂ ਦੇ ਕਰਕੇ ਉੱਥੇ ਵਾਪਸ ਮੁੜਨਾ ਪਿਆ ਫਿਰੋਜ਼ਪੁਰ ਤੋਂ। ਬੜੀ ਜਿਹੜੀ ਉਦੋਂ ਵੀ ਸਵਾਲ ਉੱਠੇ ਸੀਗੇ ਕੀ ਗੱਲ ਹੈ ਕਿ ਭਗਵੰਤ ਮਾਨ ਨੇ ਕਿਉਂ ਥੱਲੇ ਜੇ ਲੱਗਦੇ ਜਾ ਰਹੇ ਆ ਭਾਜਪਾ ਦੇ। ਤਾਂ ਤੁਸੀਂ ਦੋਵਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ, ਇਸ ਪੂਰੀ ਚੀਜ਼ ਨੂੰ, NIA ਦੇ ਦਫ਼ਤਰ ਖੁੱਲ੍ਹਣ ਨੂੰ ਪੰਜਾਬ ਦੇ ਵਿੱਚ? ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦਾ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬਿਆਨ ਸੀ ਕੱਲ ਮਹੇਸ਼ ਚੰਦਰ ਗਰੇਵਾਲ, ਦਲਜੀਤ ਚੀਮਾ ਤੇ ਪ੍ਰੇਮ ਸਿੰਘ ਚੰਦੂਮਾਜਰੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤਾ, ਔਰ ਇਹ ਬਿਆਨ ਜਿਹੜਾ ਦਿੱਤਾ ਸਿੱਧਾ ਉਹਨਾਂ ਨੇ ਇੰਨੀ ਗੱਲ ਕਹੀ ਕਿ ਜਿਹੜੀ ਤੁਸੀਂ ਗੱਲ ਕਿ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕਦੇ ਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਵੀ ਉਹਨਾਂ ਨੇ ਗੱਲ ਕੀਤੀ, ਹਵਾਲਾ ਪ੍ਰੈਸ ਕਾਨਫਰੰਸ 'ਚ ਦਿੱਤਾ। ਜਿੱਥੋਂ ਤੱਕ ਸੁਖਵਿੰਦਰ ਜੀ ਮੇਰੀ ਆਪਣੀ ਸਿਆਸੀ ਸਮਝ ਹੈਗੀ ਆ, ਮੈਨੂੰ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮੂਰਖਤਾ ਦਾ ਬਿਆਨ ਜਿਹਾ ਲੱਗਦਾ, ਕਿਉਂਕਿ ਜਿਹੜੇ NIA ਦੇ ਸੂਬੇ ਜਿਹੜੇ ਸ਼ਾਖਾਵਾਂ ਜਾਂ ਬ੍ਰਾਂਚਾਂ ਜਿਹੜੀਆਂ ਕੰਮ ਕਰਦੀਆਂ ਗੱਲਾਂ ਕੀਤੀਆਂ ਨੇ, ਉਹ ਸਿਰਫ ਪੰਜਾਬ 'ਚ ਹੀ ਨਹੀਂ ਕੀਤੀਆਂ, ਸਾਰੇ ਭਾਰਤ ਵਿੱਚ ਕੀਤੀਆਂ ਨੇ। ਤੁਸੀਂ ਇੱਕ ਚੀਜ਼ ਨਾਲ ਛੱਡ ਗਏ ਜੀ, ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਤਨ ਸ਼ਿਵਰ ਨੂੰ ਆਨਲਾਈਨ ਸੰਬੋਧਨ ਕਰਦਿਆਂ ਹੋਇਆ ਇਹ ਵੀ ਗੱਲ ਕਹੀ ਆ ਕਿ ਉਹ ਚਾਹੁੰਦੇ ਨੇ, ਸੁਝਾਅ ਉਹਨਾਂ ਨੇ ਦਿੱਤਾ, ਉਹਨਾਂ ਨੇ ਇਹ ਸੁਝਾਅ ਦਿੱਤਾ ਕਿ ਮੈਂ ਚਾਹੁੰਦਾ ਇੱਕ ਦੇਸ਼ ਇੱਕ ਵਰਤੀ ਹੋਵੇ। ਭਾਵ ਜਿਹੜੀ ਪੁਲਿਸ ਆ ਉਹ ਸਾਰੇ ਰਾਜਾਂ ਦੇ ਦੇਸ਼ ਦੀ ਇੱਕੋ ਪੁਲਿਸ ਹੋਣੀ ਚਾਹੀਦੀ ਆ, ਪੰਜਾਬ ਦੀ, ਹਰਿਆਣੇ ਦੀ ਜਾਂ ਦੂਜੇ ਸੂਬੇ ਦੀ ਵੱਖਰੀ ਵੱਖਰੀ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਮੈਂ ਇਹ ਸੁਝਾਅ ਦੇ ਰਿਹਾ, ਰਾਜਾਂ ਨੇ ਮੰਨਣਾ ਜਾਂ ਨਹੀਂ ਮੰਨਣਾ ਵੱਖਰੀ ਗੱਲ ਆ, ਮੇਰਾ ਇਹ ਸੁਝਾਅ ਆ ਕਿ ਇੱਕ ਦੇਸ਼ ਇੱਕ ਵਰਤੀ ਹੋਵੇ, ਤਾਂ ਜੋ ਦੇਸ਼ ਦੇ ਅੰਦਰ ਜਿਹੜਾ ਗੈਂਗਸਟਰਵਾਦ ਵੱਧਦਾ ਪਿਆ ਜਾਂ ਅੱਤਵਾਦ ਵੱਧਦਾ ਪਿਆ ਉਸ ਨੂੰ ਨਜਿੱਠਣ ਵਾਸਤੇ ਇੱਕ ਵਿਉਂਤਬੰਦੀ ਸਾਂਝੇ ਤੌਰ ਤੇ ਇੱਕ ਸੰਗਠਿਤ ਰੂਪ 'ਚ ਕੀਤੀ ਜਾਵੇ। ਕਿਉਂਕਿ ਜੇਕਰ ਹਰਿਆਣੇ 'ਚ ਕੋਈ ਵਾਰਦਾਤ ਹੁੰਦੀ ਹੈ ਤਾਂ ਪੰਜਾਬ ਪੁਲਿਸ ਨੂੰ ਜਾਣਾ ਪੈਂਦਾ, ਪੰਜਾਬ ਪੁਲਿਸ ਦੇ ਵਿੱਚ ਉੱਥੋਂ ਜਾ ਕੇ ਰਿਮਾਂਡ ਨਹੀਂ ਮਿਲਦਾ, ਜਿਸ ਤਰ੍ਹਾਂ ਜੇ ਦਿੱਲੀ ਰਿਮਾਂਡ ਔਰ ਟੀਨੂ ਨੂੰ ਰਿਮਾਂਡ ਲੈਣ ਜਾਣਾ ਸੀ, ਪੰਜਾਬ ਪੁਲਿਸ ਰਿਮਾਂਡ ਨਹੀਂ ਲੈ ਸਕੀ। ਇਹ ਪ੍ਰਧਾਨ ਮੰਤਰੀ ਚਿੰਤਨ ਸ਼ਿਵਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ। ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਇੱਕ ਰਾਜਸੀ ਪਾਰਟੀ ਆ, ਤਾਂ ਇਸ ਦਾ ਕੰਮ ਜਿਹੜਾ ਮੇਨ ਕੰਮ ਇਹੋ ਹੀ ਆ ਕਿ ਹਰ ਤਰੀਕੇ ਨਾਲ ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਦਾ, ਜਾਂ ਕੋਈ ਵੀ ਸਰਕਾਰ ਵਿੱਚ ਵਿਰੋਧੀ ਧਿਰਾਂ ਦੀ ਜੋ ਭੂਮਿਕਾ ਹੁੰਦੀ ਉਹਨਾਂ ਨੇ ਕਰਨਾ ਹੁੰਦਾ। ਇਹ ਉਹੀ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਅੱਜ ਭਗਵੰਤ ਮਾਨ ਨੂੰ ਇਹ ਕਹਿ ਰਿਹਾ, ਜਾਂ ਮੌਜੂਦਾ ਪੰਜਾਬ ਸਰਕਾਰ ਨੂੰ ਇਹ ਕਹਿ ਰਿਹਾ ਕਿ ਇਸਨੇ ਕੇਂਦਰ ਅੱਗੇ ਗੋਡੇ ਟੇਕ ਦਿੱਤੇ। ਪਰ ਸ਼ਾਇਦ ਇਹਨਾਂ ਨੂੰ ਉਹ ਚੀਜ਼ ਭੁੱਲ ਗਈ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਉਹ 3 ਕਾਲੇ ਕਾਨੂੰਨ ਆਏ ਤਾਂ ਸਭ ਤੋਂ ਪਹਿਲਾਂ ਸਮਰਥਨ ਜਿਹੜਾ ਸੀ ਬੀਬੀ ਜੀ ਨੇ ਕੀਤਾ, ਵੱਡੇ ਬਾਦਲ ਸਾਹਿਬ ਨੇ ਕੀਤਾ, ਸੁਖਬੀਰ ਸਿੰਘ ਬਾਦਲ ਨੇ ਕੀਤਾ, ਤਾਂ ਅਖੀਰ ਫਿਰ ਜਦੋਂ ਕਿਸਾਨਾਂ ਨੇ ਰਕਾ 'ਚ ਗੂੜ ਦਿੱਤਾ ਤਾਂ ਫਿਰ ਇਹਨਾਂ ਨੂੰ ਸਮਰਥਨ ਵਾਪਸ ਲੈਣਾ ਪਿਆ। ਸੋ ਇਹ ਤੇ ਇੱਕ ਪੱਖ ਅਲੱਗ ਤਰ੍ਹਾਂ ਦਾ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਚਾਹੀਦਾ ਕਿ ਰਾਜਨੀਤੀ ਹੋਣੀ ਚਾਹੀਦੀ ਆ, ਵਿਰੋਧ ਹੋਣਾ ਚਾਹੀਦਾ, ਵਿਰੋਧਤਾ ਹੋਣੀ ਚਾਹੀਦੀ ਆ, ਪਰ ਮੁੱਦਿਆਂ ਦੇ ਆਧਾਰ ਤੇ ਹੋਣੀ ਚਾਹੀਦੀ ਆ। ਹੁਣ ਪ੍ਰੇਮ ਸਿੰਘ ਚੰਦੂਮਾਜਰੇ ਵਰਗੇ ਬੰਦਿਆਂ ਨੂੰ ਜਿਹਨਾਂ ਨੂੰ ਬੋਲਣਾ ਹੀ ਪਤਾ ਹੀ ਕੁਝ ਨਹੀਂ ਲੱਗਦਾ, ਬੜਾ ਕੁਝ ਇਦਾਂ ਦਾ ਹੈਗਾ, ਠੀਕ ਆ ਬਿਆਨ ਦੇਤਾ, ਚੱਲੇ ਨਾ ਚੱਲੇ ਗੱਲ ਵੱਖਰੀ ਆ। ਸੋ ਮੈਂ ਇਸ ਬਿਆਨ ਨੂੰ ਮੂਰਖਤਾ ਨਾਲ ਬਿਆਨ ਸਮਝਾਂਗਾ, ਕਿਉਂਕਿ ਕੱਲਾ NIA ਦਾ ਦਫ਼ਤਰ ਕੇਵਲ ਪੰਜਾਬ 'ਚ ਨਹੀਂ ਉਹਨਾਂ ਨੇ ਕਿਹਾ,
ਸਾਰੇ ਦੇਸ਼ਾਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਅੰਦਰ ਉਹਨਾਂ ਸਥਾਪਿਤ ਕਰਨ ਦੀ ਗੱਲ ਕੀਤੀ ਹੈ। ਹੁਣ ਸੁਖਵਿੰਦਰ ਜੀ ਅੱਗੇ ਹੁਣ ਇਸ ਚੀਜ਼ ਨੂੰ ਵੇਖ ਲਈਏ ਕਿ NIA ਦਾ ਦਫ਼ਤਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਵੇਖੋ ਸੁਖਵਿੰਦਰ ਜੀ, ਜੇ ਲੋਕੀ ਕਹਿੰਦੇ ਕਿ ਦਖਲਅੰਦਾਜ਼ੀ ਵੱਧ ਜਾਊਗੀ, ਸਾਰੀਆਂ ਸਟੇਟਾਂ ਦੇ ਵਿੱਚ ED ਦੇ ਦਫ਼ਤਰ ਨੇ, ਦੂਜੇ ਪਾਸੇ CBI ਦੇ ਜਿਹੜੇ ਦਫ਼ਤਰ ਨੇ ਉਹ ਕੇਵਲ ਰਾਜਧਾਨੀ ਦੇ ਵਿੱਚ ਚੰਡੀਗੜ੍ਹ 'ਚ ਹੈਗਾ। ਸੋ ਜੇਕਰ NIA ਦਾ ਦਫ਼ਤਰ ਇਸ ਤਰੀਕੇ ਨਾਲ ਸਥਾਪਿਤ ਹੁੰਦਾ ਤਾਂ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਪੰਜਾਬ ਇੱਕ ਸਰਹੱਦੀ ਸੂਬਾ, ਸਰਹੱਦੀ ਸੂਬੇ 'ਚ ਪਾਕਿਸਤਾਨ ਦੇ ਵੱਲੋਂ ਹਮੇਸ਼ਾ ISI ਦੇ ਡਰੋਨਾਂ ਰਾਹੀਂ ਹਥਿਆਰ ਆਉਣ ਦਾ ਸਿਲਸਿਲਾ ਜਾਰੀ ਰਿਹਾ। ਪਿਛਲੇ ਦੌਰ 'ਚ ਵੀ ਰਿਹਾ, ਕੱਲ੍ਹ ਵੀ ਹਥਿਆਰ ਜਿਹੜੇ ਫੜੇ ਗਏ ਨੇ। ਤੇ ਜੇਕਰ ਦੇਸ਼ ਦੀ ਸੁਰੱਖਿਆ ਦੇ ਮੁੱਦੇ ਨੂੰ ਆਧਾਰ ਬਣਾ ਕੇ NIA ਵੱਖ-ਵੱਖ ਸੂਬਿਆਂ 'ਚ ਆਪਣੇ ਦਫ਼ਤਰ ਸਥਾਪਿਤ ਕਰਦੀ ਹੈ ਤਾਂ ਸੁਖਿੰਦਰ ਜੀ ਇਹਦੇ ਨਾਲ ਕੀ ਫਰਕ ਪਏਗਾ? ਇਹਦੇ ਨਾਲ ਫਰਕ ਸਗੋਂ ਇਹ ਪਏਗਾ ਕਿ ਜ਼ਰੂਰ ਅਪਰਾਧਾਂ ਨੂੰ ਜ਼ਰੂਰ ਠੱਲ ਜਿਹੜੀ ਪੈ ਸਕਦੀ ਹੈ। ਨੰਬਰ 2, ਜਿਹੜੀ ਵੱਡੀ ਗੱਲ ਹੈ ਜੋ ਮੈਨੂੰ ਨਜ਼ਰ ਆਉਂਦਾ ਕਿ ਜਿਸ ਤਰੀਕੇ ਨਾਲ ਪੁਲਿਸ ਦੇ ਉੱਤੇ ਇਹ ਐਲੀਗੇਸ਼ਨ ਲੱਗਦਾ ਕਿ ਪੁਲਿਸ ਨੂੰ, ਜਿਹੜੀ ਪੁਲਿਸ ਹੁੰਦੀ ਆ ਉਹ ਹਮੇਸ਼ਾ ਕਦੇ ਵੀ ਨਿਰਪੱਖ ਰੋਲ ਅਦਾ ਨਹੀਂ ਕਰਦੀ, ਹਮੇਸ਼ਾ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੋਵੇ ਪੁਲਿਸ ਉਹਦੀ ਹੁੰਦੀ ਹੈ। ਤੇ ਜਦੋਂ ਫਿਰ NIA ਵਰਗੀ ਏਜੰਸੀ ਵੱਖ-ਵੱਖ ਸੂਬਿਆਂ 'ਚ ਆਪਣੇ ਦਫ਼ਤਰ ਸਥਾਪਿਤ ਕਰੇਗੀ ਤਾਂ ਫਿਰ ਪੁਲਿਸ ਦੇ ਉੱਤੇ ਵੀ ਇਹ ਇਲਜ਼ਾਮ ਨਹੀਂ ਲੱਗਣਗੇ ਕਿ ਹਾਂ ਭਈ ਇਹ ਇੱਕ ਧਿਰ ਨੂੰ ਬਚਾਉਂਦੀ ਆ ਤੇ ਦੂਜੀ ਧਿਰ ਨੂੰ ਨੱਪਦੀ ਆ। ਸੋ ਇਸ ਚੀਜ਼ ਦਾ ਵੀ ਜਿਹੜਾ ਫਰਕ ਪਵੇਗਾ। ਪਰ ਇਹਦੇ ਨਾਲ ਗੱਲ ਹੁਣ ਸਥਿਤੀ ਇਹ ਹੈਗੀ ਆ ਕਿ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਕੇਂਦਰ ਜਿਹੜਾ ਰਾਜਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਵਿਉਂਤ ਦੇ ਵਿੱਚ ਹੈਗਾ, ਕਿ ਜਿਸ ਤਰੀਕੇ ਨਾਲ ਸੰਘੀ ਭਾਰਤ ਇੱਕ ਸੰਘੀ ਸੂਬਾ, ਸੰਘੀ ਰਾਜਾਂ ਦਾ ਸਮੂਹ ਹੈ, ਜਿਹੜੀ ਪੋਲੀਟੀਕਲ ਸਾਇੰਸ ਦੇ ਵਿੱਚ ਇੱਥੇ ਉਦਾਹਰਨ ਦਿੱਤੀ ਜਾਂਦੀ ਹੈ। ਤਾਂ ਉਹ ਹੁਣ ਜੇ ਸੰਘੀ ਰਾਜਾਂ ਦੇ ਢਾਂਚੇ ਨੂੰ ਹੁਣ ਭਾਰਤ ਜਿਹੜਾ ਕੇਂਦਰ ਆ ਉਹ ਨੱਪਣਾ ਚਾਹੁੰਦਾ, ਇਹੋ ਜਿਹੀਆਂ ਗੱਲਾਂ ਹੋ ਸਕਦੀਆਂ ਨੇ ਜਿਹੜੀਆਂ ਵਿਰੋਧੀ ਧਿਰ ਪਾਰਟੀਆਂ ਕਹਿੰਦੀਆਂ ਨੇ, ਕਿਉਂਕਿ ਵਿਰੋਧੀ ਧਿਰਾਂ ਨੇ ਹਮੇਸ਼ਾ ਹੀ ਇਹੋ ਜਿਹੇ ਨੁਕਤੇ ਠਾਉਣੇ ਹੁੰਦੇ ਆ ਕਿ ਜਿਹਦੇ ਨਾਲ ਸੱਤਾਧਾਰੀ ਧਿਰ ਨੂੰ ਘੇਰਿਆ ਜਾ ਸਕੇ। ਪਰ ਜਿਹੜੀ ਸੱਤਾਧਾਰੀ ਧਿਰ ਕੇਂਦਰ ਦੇ ਵਿੱਚ ਆ ਉਸਨੇ ਸਾਰਿਆਂ ਸੂਬਿਆਂ ਦੇ ਜਿਸ ਤਰੀਕੇ ਨਾਲ ਅਸੀਂ ਕਹਿ ਦਿੰਦੇ ਕਿ 3 ਮੁੱਖ ਚੀਜ਼ਾਂ ਜਿਹੜੀਆਂ ਨੇ, ਰਾਖੀ ਦਾ ਪ੍ਰਬੰਧ, ਦੇਸ਼ ਦੀ ਰੱਖਿਆ ਦਾ ਪ੍ਰਬੰਧ ਉਹਨੇ ਕਰਨਾ, ਜਿਹੜਾ ਦੂਜੇ ਹੋਰ ਕੁਝ ਮੁੱਦੇ ਨੇ ਰੇਲਵੇ ਦਾ ਪ੍ਰਬੰਧ ਉਹਨਾਂ ਨੇ ਕਰਨਾ। ਸੋ ਇਹਨਾਂ ਮੁੱਦਿਆਂ ਦੇ ਆਧਾਰ ਤੇ ਜੇਕਰ ਕੇਂਦਰ ਇਹੋ ਜਿਹਾ ਕੋਈ ਫੈਸਲਾ ਕਰਦਾ ਤਾਂ ਠੀਕ ਆ, ਉਹ ਫੈਸਲਾ ਹੋਣਾ ਚਾਹੀਦਾ। ਪਰ ਉਸ ਫੈਸਲੇ ਨਾਲ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖੀ ਜਾਣੀ ਚਾਹੀਦੀ ਆ ਕਿ ਜਿਹੜੀਆਂ ਰਾਜਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਤੇ ਕਿਸੇ ਕਿਸਮ ਦਾ ਡਾਕਾ ਜਿਹੜਾ ਉਹ ਨਹੀਂ ਬਚਣਾ ਚਾਹੀਦਾ। ਉਹਨਾਂ ਦੀ ਖੁਦ ਮੁਖਤਿਆਰੀ ਹੋਂਦ ਜਿਹੜੀ ਆ ਉਹ ਕਾਇਮ ਜਿਹੜੀ ਉਹ ਰਹਿਣੀ ਚਾਹੀਦੀ ਆ। ਸੁਖਵਿੰਦਰ ਜੀ, ਇੱਕ ਅਗਲੀ ਆਪਾਂ ਇਹਦੇ ਨਾਲ ਕੋਈ ਹੋਰ ਗੱਲ ਜੋੜ ਕੇ ਕਰ ਦਈਏ। ਸਾਰੀਆਂ ਜਿੰਨੇ ਵੀ ਰਾਜ ਨੇ, ਵੱਖ-ਵੱਖ ਪਾਰਟੀਆਂ ਦੀ ਸਰਕਾਰਾਂ ਹੁੰਦੀਆਂ ਨੇ, ਤਾਂ ਵੱਖ-ਵੱਖ ਸਰਕਾਰਾਂ ਦੇ ਉੱਤੇ ਜਿਹੜੇ ਰਾਜਪਾਲ ਨੇ ਉਹ ਕੇਂਦਰ ਨਿਯੁਕਤ ਕਰਦਾ। ਹੁਣ ਕੇਂਦਰ ਦੇ ਜਿਹੜਾ ਰਾਜਪਾਲ ਨਿਯੁਕਤ ਕਰਦਾ, ਕੇਂਦਰ ਦੀ ਦਖਲ ਅੰਦਾਜ਼ੀ ਰਾਜਪਾਲ ਦੇ ਰਾਹੀਂ ਵੀ ਰਾਜ ਪ੍ਰਬੰਧ 'ਚ ਹੋ ਸਕਦੀ ਹੈ, ਜਿਵੇਂ ਪੰਜਾਬ 'ਚ ਹੋ ਰਹੀ ਆ। ਪਰ ਉਸ ਸਮੇਂ ਤੱਕ ਹੁਣ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਰਾਜਪਾਲ ਔਰ ਪੰਜਾਬ ਸਰਕਾਰ ਦਾ ਟਕਰਾਓ ਚੱਲਦਾ ਪਿਆ, ਤਾਂ ਇਹਦੇ ਵਿੱਚ ਹੁਣ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਦਾ, ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਜਦੋਂ ਇਦਾਂ ਦਾ ਟਕਰਾਓ ਨਜ਼ਰ ਆਉਂਦਾ ਤਾਂ ਫਿਰ ਜਿਹੜੀ ਸੱਤਾਧਾਰੀ ਧਿਰ ਹੁੰਦੀ ਕਿਸੇ ਰਾਜ ਵਾਲੀ ਕੰਮ ਕਰਦੀ ਉਹ ਵੀ ਝੁਕਣ ਨੂੰ ਤਿਆਰ ਹੋ ਜਾਂਦੀ ਆ, ਤੇ ਦੂਜੇ ਪਾਸੇ ਰਾਜਪਾਲ ਵੀ ਤਿਆਰ ਹੋ ਜਾਂਦਾ ਕਿ ਹਾਂ ਭਈ ਮਸਲਾ ਜਿਹੜਾ ਆ ਨਰਮ ਤਰੀਕੇ ਦੇ ਨਾਲ ਹੀ ਹੱਲ ਕੀਤਾ ਜਾਵੇ। ਸੋ ਇਹੋ ਜਿਹੇ ਜਿਹੜੇ ਇਲਜ਼ਾਮ ਲਾਉਣੇ ਕਿ ਹਾਂ ਕੇਂਦਰ ਦੀ ਦਖਲਅੰਦਾਜ਼ੀ ਵਜੋਂ, ਕੇਂਦਰ ਦੀ ਦਖਲਅੰਦਾਜ਼ੀ ਤਾਂ ਹਮੇਸ਼ਾ ਰਾਜਾਂ ਦੇ ਖੇਤਰਾਂ ਦੇ ਵਿੱਚ ਰਹੀ ਆ। ਪਰ ਇਸ ਮੁੱਦੇ ਤੇ ਜਦੋਂ ਦੇਸ਼ ਦੀ ਸੁਰੱਖਿਆ ਦਾ ਤਾਂ ਸਵਾਲ ਹੋਵੇ, ਸੁਖਿੰਦਰ ਜੀ, ਮੈਂ ਨਹੀਂ ਸਮਝਦਾ ਕਿ ਇਹਦੇ ਨਾਲ ਇਦਾਂ ਦਾ ਹੋਏਗਾ ਕਿ ਉਹ NIA ਆਏਗੀ ਤਾਂ ਫੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਨੂੰ ਅੰਦਰ ਕਰ ਦੂਗੀ ਜਾਂ ਦੂਜੀਆਂ ਪਾਰਟੀ ਨੂੰ ਅੰਦਰ ਕਰ ਦੂਗੀ। ਨਹੀਂ, ਇਦਾਂ ਦਾ ਕੋਈ ਗੱਲ ਨਹੀਂ ਹੋ ਸਕਦਾ। ਬਾਕੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਬਿਆਨ ਉਸ ਹੱਦ ਤੱਕ ਤੇ ਠੀਕ ਹੈਗਾ ਕਿ ਜਿਸ ਹੱਦ ਤੱਕ ਉਹਨਾਂ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਘਟਾ ਦਿੱਤੀ ਆ, ਚੰਡੀਗੜ੍ਹ ਦੇ ਪ੍ਰਤੀ ਜਿਹੜੀ ਹੱਕ ਦੇ ਭਗਵੰਤ ਮਾਨ ਨੇ ਕੋਈ ਆਵਾਜ਼ ਨਹੀਂ ਉਠਾਈ, ਨੇ ਵੱਖਰੇ ਰਾਜਧਾਨੀ ਦੀ ਮੰਗ ਕਰ ਦਿੱਤੀ, ਇਹ ਪੁਆਇੰਟ ਠੀਕ ਹੋ ਸਕਦੇ ਆ। ਪਰ NIA ਦੇ ਮੁੱਦੇ ਤੇ ਇਹ ਗੱਲ ਕਹਿਣੀ ਕਿ ਭਗਵੰਤ ਮਾਨ ਨੇ ਉਹਦੇ ਅੱਗੇ ਗੋਡੇ ਟੇਕ ਦਿੱਤੇ ਆ, ਇਹ ਗੱਲ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਮਝ ਨਹੀਂ ਆਈ। ਕਿਉਂਕਿ ਭਗਵੰਤ ਮਾਨ ਇੱਕ ਰਾਜ ਦਾ ਮੁੱਖ ਮੰਤਰੀ ਆ, ਰਾਜ ਦਾ ਮੁੱਖ ਮੰਤਰੀ ਆ, ਤੇ ਕੇਂਦਰ ਦੇ ਜਿਹੜੇ ਪ੍ਰਧਾਨ ਮੰਤਰੀ ਦੇ ਪ੍ਰੋਟੋਕੋਲ ਦੇ ਅਨੁਸਾਰ ਉਸ ਦਾ ਸਤਿਕਾਰ ਕਰਨਾ, ਗੱਲਬਾਤ ਕਰਨੀ, ਉਹ ਪ੍ਰੋਟੋਕੋਲ ਦੇ ਤਹਿਤ ਹੈਗਾ। ਸੋ ਉਹਦੇ ਵੱਲੋਂ ਕੀਤਾ ਜਾ ਰਿਹਾ ਬਣਦਾ ਵੀ ਉਦੋਂ ਹੈਗਾ। ਇਹੋ ਜਿਹੀਆਂ ਸਥਿਤੀਆਂ ਦਾ ਸੁਖਵਿੰਦਰ ਜੀ, ਜਦੋਂ ਕੇਂਦਰ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਜਾ ਕੇ ਫੁੱਲ ਲੈ ਕੇ ਉਹਨੂੰ ਮਿਲਦੇ ਰਹੇ ਤੇ ਪੰਜਾਬ ਵਾਸਤੇ ਬੜਾ ਕੁਝ ਲੈ ਕੇ ਆਉਂਦੇ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦਾ ਜਿੰਨਾ ਗਲਿਆਰਾ ਉਹ ਜਿਹੜਾ ਬਣਾਇਆ ਫਲਾਈਓਵਰ ਜਿੰਨਾ ਵੀ ਆ, ਉਹ ਸਾਰਾ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ, ਜੋ ਉਹਨਾਂ ਨੇ ਪੈਸੇ ਉਸ ਸਮੇਂ ਦਿੱਤੇ। ਹਾਲਾਂਕਿ ਅਕਾਲੀ ਦਲ ਨੇ ਹਮੇਸ਼ਾ ਡਾਕਟਰ ਮਨਮੋਹਨ ਸਿੰਘ ਦੀ ਵਿਰੋਧਤਾ ਕੀਤੀ। ਸੋ ਅਜਿਹੀਆਂ ਸੂਰਤਾਂ ਦੇ ਵਿੱਚ ਬਿਆਨ ਜਿਹੜੇ ਨੇ ਜ਼ਰੂਰ ਸੋਚ ਸਮਝ ਕੇ ਦੇਣੇ ਚਾਹੀਦੇ ਨੇ। ਬਾਕੀ ਠੀਕ ਆ, NIA ਦਾ ਦਫ਼ਤਰ ਖੁੱਲਣਾ ਜਾਂ ਨਹੀਂ ਖੁੱਲਣਾ ਇਹ ਕੇਂਦਰ ਸਰਕਾਰ ਦੀ ਮਰਜ਼ੀ ਦੇ ਅਧੀਨ ਹੁੰਦਾ ਜੀ। ਬਿਲਕੁਲ। ਤਾਂ ਉਧਰ ਗੱਲਬਾਤ ਤੁਸੀਂ ਰਾਜਪਾਲ ਦੀ ਵੀ ਕੀਤੀ ਹੈ, ਰਾਜਪਾਲ ਦੀ ਦਖਲਅੰਦਾਜ਼ੀ ਦੀ ਕੀਤੀ ਹੈ। ਤਾਂ ਪਿਛਲੇ ਦਿਨਾਂ ਤੋਂ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ਜਿਹੜਾ ਉਹ ਜਿਹੜੇ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਜਿਹੜੇ ਰਿਸ਼ਤੇ ਕੁਝ ਸੁਖਾਵੇਂ ਨਹੀਂ ਰਹੇ, ਔਰ ਜਿਸ ਤਰੀਕੇ ਦੇ ਨਾਲ ਕੋਲਡ ਵਾਰ ਚੱਲ ਰਹੀ, ਕੋਲਡ ਨਹੀਂ ਆਪਾਂ ਕਹਾਂਗੇ ਕਿ ਪਹਿਲਾਂ ਤਾਂ ਖੁੱਲ੍ਹੇਆਮ ਹੀ ਚੱਲਦੀ ਰਹੀ ਹੈ, ਤਾਂ ਹੁਣ ਪਤਾ ਲੱਗਿਆ ਕਿ ਇੱਕ ਹੋਰ ਪੰਗਾ ਪੈ ਗਿਆ। ਸਪੋਰਟਸ ਯੂਨੀਵਰਸਿਟੀ ਦੇ ਜਿਹੜੇ ਆ
ਵੀਸੀ ਨੂੰ ਲੈ ਕੇ ਹੁਣ ਕੀ ਚੱਕਰ ਪਾ ਲਿਆ ਰਾਜਪਾਲ ਸਾਹਿਬ ਨੇ ਭਗਵੰਤ ਮਾਨ ਨੂੰ? ਇਹ ਬਾਣੀ ਪਾਈ ਫਿਰਦੇ ਆ ਸਰਕਾਰ ਨੂੰ, ਚੱਕਰ ਕੀ ਪੈ ਗਿਆ? ਸੁਖਵਿੰਦਰ ਜੀ, ਅਗਰ ਵੇਖਿਆ ਜਾਏ ਤਾਂ ਰਾਜਪਾਲ ਸਾਹਿਬ ਨਾ ਹੁਣ ਫੂ ਕੇ ਕਦਮ ਰੱਖਣ ਦੇ ਤੇ ਪੂਰੀ ਆਪਣੀ ਪੈਣੀ ਨਜ਼ਰ ਜਿਹੜੀ ਹੈ ਪੰਜਾਬ ਸਰਕਾਰ ਦੇ ਸਾਰਿਆਂ ਕੰਮਾਂ ਤੇ ਉਹਨਾਂ ਨੇ ਰੱਖੀ ਹੈ। ਵਾਈਸ ਚਾਂਸਲਰਾਂ ਦੇ 2 ਮੁੱਦੇ ਜਾਂ 3 ਮੁੱਦੇ ਬੀਤੇ ਦਿਨਾਂ 'ਚ ਇਹੋ ਜਿਹੇ ਚਰਚਾਵਾਂ 'ਚ ਆਏ ਨੇ ਕਿ ਜਿੱਥੇ ਟਕਰਾਓ ਸਾਹਮਣੇ ਆ ਗਿਆ। ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਰੱਦ ਕਰਨਾ ਜਾਂ ਉਹਦਾ ਸੰਬੰਧੀ ਆਪਣੀ ਸਹਿਮਤੀ ਨਾ ਦੇਣਾ, ਉਹ ਮਸਲਾ ਜੇ ਖਤਮ ਨਹੀਂ ਹੋਇਆ ਤੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੀ ਉਹਦਾ ਮੁੱਦਾ ਸਾਹਮਣੇ ਆ ਗਿਆ। ਉਹਦੇ ਮੁੱਦੇ ਤੇ ਉਹਨਾਂ ਨੇ ਸਾਫ਼ ਨਿਰਦੇਸ਼ ਦੇ ਦਿੱਤੇ ਕਿ ਡਾਕਟਰ ਵਾਂਡਰ ਨੂੰ ਹਟਾਇਆ ਜਾਵੇ, ਮਾਫ ਕਰਨਾ ਡਾਕਟਰ ਗੌਂਸਲ ਨੂੰ ਹਟਾਇਆ ਜਾਵੇ। ਪਰ ਪੰਜਾਬ ਸਰਕਾਰ ਵੀ ਉਹਦੇ ਸੰਬੰਧੀ ਸਟੈਂਡ ਲੈ ਗਈ ਤੇ ਜਿਸ ਤਰੀਕੇ ਦਾ ਸਟੈਂਡ ਲਿਆ, ਪੰਜਾਬ ਸਰਕਾਰ ਨੇ 2 ਚਿੱਠੀਆਂ, ਇੱਕ ਚਿੱਠੀ ਲੋਕਾਂ ਵਾਸਤੇ ਹੀ ਤੇ ਇੱਕ ਰਾਜਪਾਲ ਸਾਹਿਬ ਵਾਸਤੇ ਹੀ ਤੇ ਬਿਆਨ ਕੁਝ ਹੋਰ ਸੀ। ਉਹਦੇ ਵਿੱਚ ਵੀ ਪਤਾ ਲੱਗਾ ਕਿ ਹਾਂ ਵੀ ਪੰਜਾਬ ਸਰਕਾਰ ਕਿੱਥੇ ਕੁ ਖਲੋਤੀ ਆ, ਕਿੰਨੇ ਕੁ ਆਧਾਰ ਤੇ ਇਹ ਟੱਕਰ ਲੈ ਸਕਦੀ ਹੈ, ਕਿੰਨੇ ਕੁ ਆਧਾਰ ਤੇ ਟੱਕਰ ਨਹੀਂ ਲੈ ਸਕਦੀ। ਪਰ ਰਾਜਪਾਲ ਸਾਹਿਬ ਨੇ ਜਿਸ ਤਰੀਕੇ ਨਾਲ ਫਿਰ ਹਵਾਲੇ ਦੇ ਕੇ, ਕਰਨਾਟਕਾ ਦੇ ਹਵਾਲੇ ਦੇ ਕੇ ਪੰਜਾਬ ਸਰਕਾਰ ਦੇ ਬਖੀਏ ਦੇੜੇ ਤੇ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਇੱਕ ਮੁੱਦਾ ਹੋਰ ਆ ਗਿਆ, ਸ਼ਾਇਦ ਵਾਈਸ ਚਾਂਸਲਰਾਂ ਦੀ ਜ਼ਿਆਦਾ ਵੇਖ ਰੇਖ ਜਿਹੜੀ ਆ ਰਾਜਪਾਲ ਸਾਹਿਬ ਹੀ ਕਰ ਰਹੇ, ਜਾਂ ਯੂਨੀਵਰਸਿਟੀਆਂ ਦਾ ਜ਼ਿਆਦਾ ਉਹਨਾਂ ਨੂੰ ਤਜਰਬਾ ਹੈਗਾ। ਜਿਸ ਤਰੀਕੇ ਨਾਲ ਉਹਨਾਂ ਨੇ ਉਦੋਂ ਗੱਲ ਕਹੀ ਸੀ ਕਿ ਕਰਨਾਟਕਾ ਦੇ ਤਾਮਿਲਨਾਡੂ ਦੇ ਵਿੱਚ 50-50 ਕਰੋੜ ਰੁਪਏ ਦੇ ਵਿੱਚ ਵਾਈਸ ਚਾਂਸਲਰ ਦਾ ਅਹੁਦਾ ਵਿਕਦਾ ਰਿਹਾ। ਹੁਣ ਇਹ ਨਵਾਂ ਮਾਮਲਾ ਇਹ ਸਾਹਮਣੇ ਆਇਆ ਕਿ ਪਟਿਆਲਾ ਦੇ ਵਿੱਚ ਇੱਕ ਸਪੋਰਟਸ ਯੂਨੀਵਰਸਿਟੀ ਹੈ ਜੀ, ਤੇ ਉੱਥੋਂ ਦੇ ਉਪ ਕੁਲਪਤੀ ਸਾਹਿਬ ਨੇ ਵਿਦੇਸ਼ ਜਾਣਾ, ਟਿਕਟਾਂ ਉਹਨਾਂ ਨੇ ਬੁੱਕ ਕਰਾ ਲਈਆਂ ਤੇ ਉਹਨਾਂ ਨੇ ਬਨਵਾਰੀ ਲਾਲ ਪੁਰੋਹਿਤ ਕੋਲ ਜਾਣ ਦੀ ਇਜਾਜ਼ਤ ਜਿਹੜੀ ਮੰਗੀ ਹੈ, ਕਿਉਂਕਿ ਚਾਂਸਲਰ ਉਸ ਯੂਨੀਵਰਸਿਟੀ ਦੇ ਬਨਵਾਰੀ ਲਾਲ ਪੁਰੋਹਿਤ ਨੇ, ਜਿਹੜੇ ਰਾਜਪਾਲ ਹੁੰਦੇ ਨੇ। ਤਾਂ ਫਿਰ ਹੁਣ ਗਵਰਨਰ ਸਾਹਿਬ ਨੇ ਫਿਰ ਉਹਨਾਂ ਨੂੰ ਪੁੱਛ ਲਿਆ, ਪੰਜਾਬ ਸਰਕਾਰ ਨੂੰ ਚਿੱਠੀ ਜਾਰੀ ਕਰ ਦਿੱਤੀ ਆ ਕਿ ਇਹਨਾਂ ਦੀ ਛੁੱਟੀ ਤੇ ਮੈਂ ਬਾਅਦ ਚ ਕਰੂੰਗਾ, ਪਹਿਲਾਂ ਤੁਸੀਂ ਇਹ ਦੱਸੋ ਕਿ ਇਹ ਜਿਹੜੇ ਵਾਈਸ ਚਾਂਸਲਰ ਸਾਹਿਬ ਬਾਹਰ ਜਾ ਰਹੇ ਨੇ, ਇਹਦਾ ਜਿਹੜਾ ਐਡੀਸ਼ਨਲ ਚਾਰਜ ਆ ਉਹ ਤੁਸੀਂ ਕਿਹਨੂੰ ਦਿੱਤਾ, ਤਾਂ ਉਹਦੇ ਸੰਬੰਧੀ ਮੈਨੂੰ ਫਾਈਲ ਜਿਹੜੀ ਉਹ ਲਿਆ ਕੇ ਪੇਸ਼ ਕਰੋ ਕਿ ਇਹਦੇ ਸੰਬੰਧੀ ਤੁਸੀਂ ਅਗਲਾ ਫੈਸਲਾ ਕੀ ਕੀਤਾ। ਹੁਣ ਦੂਜੇ ਪਾਸੇ ਇਹ ਹੈ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਉਹਦਾ ਕੋਈ ਜਵਾਬ ਹੀ ਨਹੀਂ ਦਿੱਤਾ। ਰਾਜਪਾਲ ਸਾਹਿਬ ਜਿਹੜੇ ਨੇ ਉਪ ਕੁਲਪਤੀ ਸਾਹਿਬ ਦੀ ਜਿਹੜੀ ਛੁੱਟੀ ਆ ਉਹ ਮਨਜ਼ੂਰ ਨਹੀਂ ਕਰਦੇ ਪਏ। ਤੀਸਰੀ ਤਰਾਸਦੀ ਇਹ ਆ ਕਿ ਉਹਨਾਂ ਨੇ ਟਿਕਟਾਂ ਜਿਹੜੀਆਂ ਨੇ ਉਹ ਬੁੱਕ ਕਰਾਉਣੀਆਂ ਨੇ। ਤਾਂ ਆਹ ਜਿਹੜੀਆਂ ਸਥਿਤੀਆਂ ਨੇ, ਜਿਸ ਤਰੀਕੇ ਨਾਲ ਦੁਬਾਰਾ ਗਵਰਨਰ ਸਾਹਿਬ ਨੇ ਰਾਜਪਾਲ ਪੰਜਾਬ ਸਰਕਾਰ ਨੂੰ ਘੇਰਿਆ ਤੇ ਪੰਜਾਬ ਸਰਕਾਰ ਕੋਲ ਪਹਿਲਾਂ ਇਹ ਮੰਗਿਆ ਪੈਨਲ ਕਿ ਦੱਸੋ ਵੀ ਇਸ ਦਾ ਐਡੀਸ਼ਨ ਚਾਰਜ ਕਿਹਨੂੰ ਦੇਣਾ। ਇਹ ਇੱਕ ਬੜਾ ਵੱਡਾ ਪ੍ਰਸ਼ਨ ਹੈ ਤੇ ਪੰਜਾਬ ਸਰਕਾਰ ਨੂੰ ਫਿਰ ਉਹਨਾਂ ਨੇ ਚੱਕਰ ਵਿੱਚ ਪਾ ਦਿੱਤਾ, ਕਿਉਂਕਿ ਆਮ ਤੌਰ ਤੇ ਇਸ ਤਰ੍ਹਾਂ ਹੁੰਦਾ ਕਿ ਜਦੋਂ ਕੋਈ ਵਾਈਸ ਚਾਂਸਲਰ ਛੁੱਟੀ ਤੇ ਜਾਂਦਾ ਜਾਂ ਐਡੀਸ਼ਨਲ ਚਾਰਜ ਕਿਸੇ ਵਕਤ IAS ਅਧਿਕਾਰੀ ਨੂੰ ਵੀ ਦੇ ਦਿੱਤਾ ਜਾਂਦਾ, ਜਿਸ ਤਰ੍ਹਾਂ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਦਿੱਤਾ ਸੀ, ਜਾਂ ਜੇ ਹੋਰ ਨਾਲ ਦੀ ਕੋਈ ਯੂਨੀਵਰਸਿਟੀ ਹੋਵੇ ਉਹਨਾਂ ਨੂੰ ਦੇ ਦਿੱਤਾ ਜਾਂਦਾ। ਪੰਜਾਬੀ ਯੂਨੀਵਰਸਿਟੀ ਜਿਸ ਤਰ੍ਹਾਂ ਪਟਿਆਲਾ ਹੈਗੀ ਆ, ਉਹਦਾ ਚਾਰਜ ਉੱਥੋਂ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਨੇ, ਉਹਨਾਂ ਨੂੰ ਵੀ ਦਿੱਤਾ ਜਾ ਸਕਦਾ। ਪਰ ਗਵਰਨਰ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਕਿ ਪਹਿਲਾਂ ਮੈਨੂੰ ਫਾਈਲ ਲਿਆ ਕੇ ਦਿਓ, ਫਿਰ ਮੈਂ ਛੁੱਟੀ ਜਿਹੜੀ ਮਨਜ਼ੂਰ ਕਰਦੀ ਆ। ਤੇ ਇਹਨੂੰ, ਇਸ ਚੀਜ਼ ਨੂੰ ਸੁਖਵਿੰਦਰ ਜੀ ਜਿਹੜੇ ਸਿੱਖਿਆ ਸ਼ਾਸਤਰੀ ਨੇ ਜਾਂ ਲੋਕ ਨੇ, ਰਾਜਨੀਤਿਕ ਲੋਕ, ਉਹ ਉਸੇ ਪ੍ਰਸੰਗ 'ਚ ਹੀ ਵੇਖਦੇ ਪਏ ਆ ਜਿਸ ਪ੍ਰਸੰਗ ਦੇ ਵਿੱਚ ਪਿਛਲੀਆਂ ਨਿਯੁਕਤੀਆਂ ਜਿਹੜੀਆਂ ਨੇ ਮਾਨਯੋਗ ਗਵਰਨਰ ਸਾਹਿਬ ਨੇ ਰੱਦ ਕੀਤੀਆਂ। ਸੋ ਅਜਿਹੀ ਸਥਿਤੀ ਦੇ ਵਿੱਚ ਇਹ ਚਾਹੀਦਾ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਅਗਲੇ ਦਿਨਾਂ 'ਚ ਹੋਰ ਰਾਜਪਾਲ ਸਾਹਿਬ ਇਹਨਾਂ ਤੇ ਕਹਿਰ ਨਾ ਵਰਤਾਉਣ। ਜਿਸ ਤਰੀਕੇ ਨਾਲ ਇਹ ਕਹਿਰ ਅਸੀਂ ਕਹਿ ਸਕਦੇ ਕਿ ਸਾਬਕਾ ਵਿਧਾਇਕਾਂ ਨੂੰ ਭ੍ਰਿਸ਼ਟਾਚਾਰ ਦੇ ਨਾਮ ਤੇ ਵਰਤਾ ਰਹੇ ਨੇ, ਜਿਸ ਤਰੀਕੇ ਨਾਲ ਕੱਲ ਜੋਗਿੰਦਰਪਾਲ ਭੂਆ ਦੇ ਘਰ ਵੀ ਇਨਕਮ ਟੈਕਸ ਨੇ ਰੇਡ ਕੀਤੀ ਹੈ, ਸਭ ਕੁਝ ਕੀਤਾ, ਉਹ ਫਿਰ ਹਸਪਤਾਲ ਦੇ ਵਿੱਚ ਦਾਖਲ ਹੋ ਗਏ, ਉਹਨਾਂ ਨੂੰ ਫਿਰ ਦਿਲ ਦੀ ਸ਼ਿਕਾਇਤ ਦੱਸੀ ਗਈ। ਸੋ ਇਹਨਾਂ ਨੂੰ ਚਾਹੀਦਾ ਭਗਵੰਤ ਮਾਨ ਹੋਣਾ ਨੂੰ ਕਿ ਅਜੇ 4-4.5 ਸਾਲ ਇਹਨਾਂ ਨੇ ਪੰਜਾਬ ਦੇ ਉੱਤੇ ਅਜੇ ਇਹਨਾਂ ਦਾ ਰਾਜ ਹੈਗਾ ਤੇ ਬੜੇ ਅਜਿਹੇ ਮੁੱਦੇ ਆਉਣੇ ਨੇ ਜਿੱਥੇ ਗਵਰਨਰ ਸਾਹਿਬ ਦੀ ਲੋੜ ਪੈਣੀ ਹੈ। ਤਾਂ ਉਸ ਲੋੜ ਨੂੰ ਠੀਕ ਤਰੀਕੇ ਨਾਲ ਕਰਨ ਵਾਸਤੇ, ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਵਾਸਤੇ ਜ਼ਰੂਰੀ ਆ ਕਿ ਪੰਜਾਬ ਸਰਕਾਰ ਤੇ ਰਾਜਪਾਲ ਸਾਹਿਬ ਦੇ ਵਿਚਕਾਰ ਜਿਹੜੇ ਸਬੰਧ ਨੇ ਉਹ ਸੁਖਾਵੇਂ ਹੋਣ, ਤਾਂ ਹੀ ਭਲਾ ਹੋਵੇਗਾ। ਜੇ ਅੜੀਅਲ ਰਵੱਈਆ ਇਹਨਾਂ ਦਾ ਵੀ ਰਿਹਾ, ਪੰਜਾਬ ਸਰਕਾਰ ਦਾ ਰਿਹਾ, ਤਾਂ ਦੂਜੇ ਪਾਸੇ ਗਵਰਨਰ ਦੀ ਪੈਨ ਦੇ ਵਿੱਚ ਦਮ ਜਿੰਨਾ ਕੁ ਹੈਗਾ ਉਹ ਹੌਲੀ ਹੌਲੀ ਲੋਕ ਪੰਜਾਬ ਦੇ ਜਾਣਨ ਲੱਗ ਪਏ ਨੇ। ਅਸੀਂ ਤਾਂ ਉਹ ਵੇਖਿਆ ਸਰਦਾਰ ਸ਼ੰਕਰੇ ਦਾ ਸਮਾਂ ਜਦੋਂ ਗਵਰਨਰ ਰਾਸ਼ਟਰਪਤੀ ਰਾਜ ਸੀ, ਪਰ ਹੁਣ ਰਾਸ਼ਟਰਪਤੀ ਰਾਜ ਨਹੀਂ ਆ। ਹੁਣ ਵੀ ਜੇਕਰ ਗਵਰਨਰ ਇਸ ਤਰੀਕੇ ਨਾਲ ਅੜਚਣਾ ਲਟਾ ਰਹੇ ਨੇ ਤੇ ਪੰਜਾਬ ਸਰਕਾਰ ਵਾਸਤੇ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਤੇ ਇਸ ਦਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਆ। ਸੋ ਪੰਜਾਬ ਸਰਕਾਰ ਨੂੰ ਚਾਹੀਦਾ ਇਹਦੇ ਸੰਬੰਧੀ ਜ਼ਰੂਰ ਕੋਈ ਮਹੱਤਵਪੂਰਨ ਫੈਸਲਾ ਲੈ ਕੇ ਸੰਬੰਧ ਜਿਹੜੇ ਉਸ ਖਾਮੀ ਕਰਨ ਜੀ। ਉਧਰ ਸਰ ਸੁਖਬੀਰ ਸਿੰਘ ਬਾਦਲ ਦੇ ਲਈ ਵੱਡੀ ਮੁਸੀਬਤ ਬਣ ਗਈ ਹੈ। ਬੀਬੀ ਜਗੀਰ ਕੌਰ ਦੀ ਬਗਾਵਤ ਤੋਂ ਬਾਅਦ ਅਮਰੀਕ ਸਿੰਘ ਸ਼ਾਹਪੁਰ ਨੇ ਜਿਹੜੀ ਬਗਾਵਤ ਕਰ ਦਿੱਤੀ ਹੈ ਤੇ ਉਧਰ ਪਤਾ ਲੱਗਿਆ ਕਿ ਹਰਿਆਣੇ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਜਿਹੜੇ ਆ ਉਹ ਸੁਖਬੀਰ ਬਾਦਲ ਦੇ ਉਲਟ ਭੁਗਤ ਸਕਦੇ ਆ ਔਰ ਉਹਨਾਂ ਦੇ ਨਾਲ ਢੀਂਡਸਾ ਗਰੁੱਪ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ। ਕਿਵੇਂ ਦੇਖਦੇ ਹੋ? ਇਹ ਬਾਦਲ ਜਿਹੜੇ ਆ ਬੇਸ਼ੱਕ ਬਚਾ ਜਾਣ SGPC, ਪਰ ਫਿਰ ਵੀ ਜਿਸ ਤਰੀਕੇ ਦਾ ਜ਼ੋਰ ਲੱਗ ਰਿਹਾ ਅੱਡੀ ਚੋਟੀ ਦਾ, ਜਿਸ ਤਰੀਕੇ ਦੀਆਂ ਮੁਸ਼ਕਲਾਤਾਂ ਦੇ ਵਿੱਚ ਘਿਰ ਰਹੇ ਆ ਸੁਖਬੀਰ ਸਿੰਘ ਬਾਦਲ, ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼?
ਸੁਖਵਿੰਦਰ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਇਸ ਵੇਲੇ ਸੁਖਬੀਰ ਬਾਦਲ ਦੇ ਖਿਲਾਫ ਜਿਹੜੀ ਘੇਰਾਬੰਦੀ ਬੜੀ ਜ਼ਬਰਦਸਤ ਤਰੀਕੇ ਨਾਲ ਹੋ ਰਹੀ ਹੈ। ਅਮਰੀਕ ਸਿੰਘ ਸ਼ਾਹਪੁਰ ਗਰਾਇਆ ਦਾ ਤੁਸੀਂ ਨਾਂ ਲਿਆ, ਇਹ ਕਿਸੇ ਸਮੇਂ ਨਿਰਮਲ ਸਿੰਘ ਕਾਹੜੂ ਦੇ ਬੜੇ ਕਲੋਜ਼ ਰਹੇ ਨੇ, ਮੈਂਬਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅੱਜ ਵੀ ਨੇ, ਤੇ ਕਿਸੇ ਸਮੇਂ ਸੁਖਬੀਰ ਬਾਦਲ ਦੇ ਵੀ ਬੜੇ ਕਲੋਜ਼ ਰਹੇ ਨੇ, ਪਰ ਬੀਤੇ ਦੌਰ 'ਚ ਇਹਨਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ। ਇਹ ਮਾਝੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇਤਾਵਾਂ ਦੇ ਵਿੱਚੋਂ ਖਾਸਮ ਖਾਸ ਇਹ ਬੰਦੇ ਦਾ ਨਾਮ ਹੈਗਾ। ਪਰ ਜਿਸ ਤਰੀਕੇ ਨਾਲ ਹੁਣ ਕੱਲ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਐਲਾਨ ਕਰਨ ਦਾ ਗੱਲ ਕੀਤੀ ਹੈ, ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਬੀਬੀ ਜੀ ਨਾ ਖਲੋਣਗੇ ਤਾਂ ਫਿਰ ਅਸੀਂ ਆਪਣਾ ਬੰਦਾ ਕੋਈ ਉਮੀਦਵਾਰ ਜ਼ਰੂਰ ਖਿਲਾਰਾਂਗੇ। ਤਾਂ ਇਹ ਬੜਾ ਵੱਡੀ ਇੱਕ ਚੁਣੌਤੀ ਜਿਹੜੀ ਆ ਸੁਖਬੀਰ ਸਿੰਘ ਬਾਦਲ ਨੂੰ ਹੈਗੀ ਆ। ਤੇ ਦੂਜੇ ਪਾਸੇ ਸੁਖਵਿੰਦਰ ਜੀ ਕੱਲ ਕੈਥਲ ਦੇ ਵਿੱਚ ਜਾ ਕੇ ਜਿਸ ਤਰੀਕੇ ਨਾਲ ਪਰਮਿੰਦਰ ਸਿੰਘ ਢੀਂਡਸਾ ਨੇ ਉੱਥੇ ਜਾ ਕੇ ਜਿਹੜੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਜਾ ਕੇ ਮੀਟਿੰਗ ਕੀਤੀ ਉੱਥੋਂ ਹਰਿਆਣੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ, ਔਰ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਇਹਨਾਂ ਚੋਣਾਂ ਦੇ ਵਿੱਚ ਜਦੋਂ ਪ੍ਰਧਾਨਗੀ ਦੀ ਚੋਣ ਹੋਣੀ ਆ ਤਾਂ ਤੁਸੀਂ ਆਪਣੀ ਜ਼ਮੀਰ ਦੇ ਅਨੁਸਾਰ ਆਵਾਜ਼ ਸੁਣ ਕੇ ਜਿਹੜੀ ਵੋਟ ਪਾਉਣੀ। ਤੇ ਬੀਤੇ ਸਮੇਂ ਦੇ ਵਿੱਚ ਢੀਂਡਸਾ ਗਰੁੱਪ ਤੇ ਬਾਦਲ ਪਰਿਵਾਰ ਤੇ ਕਿਹੋ ਜਿਹੇ ਬਾਦਲ ਦਾ ਕਿਹੋ ਜਿਹਾ ਟਕਰਾਓ ਰਿਹਾ ਇਹ ਸਾਰੇ ਜਾਣਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸਮੇਂ ਵੀ ਇਹ ਜਿਹੜਾ ਵੇਖਿਆ ਜਾਂਦਾ ਰਿਹਾ ਕਿ ਉਹਨਾਂ ਦਾ ਆਪਸੀ ਟਕਰਾਓ, ਤਾਂ ਹੁਣ ਇਹ ਟਕਰਾਓ ਸਾਹਮਣੇ ਨਿੱਤਰ ਕੇ ਸਾਹਮਣੇ ਆਇਆ। ਕੱਲ ਉਹਨਾਂ ਨੇ ਜਾ ਕੇ ਜਿਹੜੀ ਮੀਟਿੰਗ ਕੀਤੀ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਪੂਰਨ ਤੌਰ ਤੇ ਜਿਹੜੇ ਵੇਰਵੇ ਨੇ ਪੇਸ਼ ਕੀਤੇ। ਉਹਨਾਂ ਨੇ ਕਿਹਾ ਕਿ 188 ਉਮੀਦਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਕੱਲ ਅਸੀਂ 144, ਉਹਨਾਂ ਨੇ ਵੇਰਵਾ ਦਿੱਤਾ ਕਿ 27 ਜਿਹੜੇ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਇਸ ਤਰੀਕੇ ਨਾਲ 158 ਦੇ ਕਰੀਬ ਜਿਹੜੇ ਉਹ ਮੈਂਬਰ ਜਿਹੜੇ ਬਚਦੇ ਨੇ, ਪਰ 130 ਦੇ ਕਰੀਬ ਵੋਟਾਂ ਜਿਹੜੀਆਂ ਉਹ ਪੋਲ ਹੋਣਗੀਆਂ ਤੇ ਜਿਨ੍ਹਾਂ ਦੇ ਵਿੱਚ ਹਰਿਆਣੇ ਦੇ ਵੋਟਰ ਵੀ ਹਰਿਆਣੇ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਵੀ ਚੁਣੇ ਨੇ। ਤਾਂ ਉਹਨਾਂ ਨੇ ਇੱਕ ਸਾਫ਼ ਸੰਕੇਤ ਨਹੀਂ, ਉਹਨਾਂ ਨੇ ਇਹ ਗੱਲ ਕਹੀ ਕਿ ਬਾਦਲ ਪਰਿਵਾਰ ਦਾ ਕਬਜ਼ਾ ਗੁਰਦੁਆਰਿਆਂ ਤੋਂ ਤੋੜਨ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਨ ਵਾਸਤੇ ਇਹਦੇ ਜਿਹੜੇ ਹਰਿਆਣੇ ਦੇ ਜਿਹੜੇ ਹੈਗੇ ਨੇ ਮੈਂਬਰ ਸਾਹਿਬਾਨ, ਇਹਨਾਂ ਨੂੰ ਦੂਜੇ ਪਾਸੇ ਜਿਹੜੀ ਵੋਟ ਪਾਉਣੀ ਚਾਹੀਦੀ ਹੈ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ। ਸੋ ਸੁਖਵਿੰਦਰ ਜੀ, ਇੱਕ ਪਾਸੇ ਤਾਂ ਪੰਜਾਬ 'ਚ ਵਿਰੋਧ, ਦੂਜੇ ਪਾਸੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਤੀਜੇ ਬੰਨੇ ਉਹ ਉਮੀਦਵਾਰ ਜਿਹੜੇ ਨੇ ਉੱਥੋਂ ਦੇ ਮੈਂਬਰ ਜਿਹੜੇ ਨੇ ਉਹ ਆਣ ਕੇ ਕਿਸ ਹੱਦ ਤੱਕ ਭੁਗਤਣਗੇ। ਕੁਦਰਤੀ ਤੌਰ ਤੇ ਸੁਖਬੀਰ ਸਿੰਘ ਬਾਦਲ ਵਾਸਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿਹੜੀ ਹੈ ਏਡੀ ਸੌਖੀ ਹੁਣ ਰਹਿ ਨਹੀਂ ਗਈ। ਇਸ ਗੱਲ ਦਾ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਕਿ ਜਿੰਨੀ ਛੇਤੀ ਉਹ ਇਸ ਨੂੰ ਸਮੇਟਣ ਦਾ ਯਤਨ ਕਰ ਰਹੇ ਆ, ਉਨੀ ਹੀ ਤੇਜ਼ੀ ਨਾਲ ਉਹ ਪਿੱਛੇ ਜਾ ਰਹੇ ਆ, ਕਿਉਂਕਿ ਬੀਬੀ ਜਗੀਰ ਕੌਰ ਦਾ ਅਜੇ ਤੱਕ ਇੱਕ ਵੀ ਇਹੋ ਜਿਹਾ ਬਿਆਨ ਨਹੀਂ ਆਇਆ ਜਿੱਥੇ ਉਹਨਾਂ ਨੇ ਇੰਨੀ ਗੱਲ ਕਹੀ ਹੋਵੇ ਕਿ ਮੈਂ ਇਸ ਤੋਂ ਪਿੱਛੇ ਹਟਦੀ ਹਾਂ। ਤੇ ਜੇ ਸੁਖਵਿੰਦਰ ਜੀ ਇਹ ਬਗਾਵਤ, ਇਹ ਗੱਲ ਮੈਂ ਰਾਤ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ, ਹੁਣ ਵੀ ਗੱਲ ਕੀਤੀ, ਬੇਸ਼ੱਕ ਬੀਬੀ ਜਗੀਰ ਕੌਰ ਇਸ ਚੋਣ ਵਿੱਚ ਪ੍ਰਧਾਨਗੀ ਦੀ ਚੋਣ ਨਹੀਂ ਵੀ ਜਿੱਤਦੇ ਤਾਂ ਸੁਖਵਿੰਦਰ ਜੀ ਸਾਫ਼ ਸੰਕੇਤ ਇਹ ਆ ਕਿ ਫਿਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੱਗੇ ਬਹੁਤ ਮਾੜੀ ਤਰਾਸਤਕ ਹਾਲਤ ਵਿੱਚ ਲੰਘਦਾ ਪਿਆ, ਆਪਣੇ ਅੰਤਮ ਸਮਾਂ ਤੇ ਗਿਣਦਾ ਪਿਆ, ਉਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਦੋ ਫਾੜ ਜਿਹੜੀ ਆ ਕਮੇਟੀ ਹੋ ਸਕਦੀ ਆ। ਬੀਬੀ ਜਗੀਰ ਕੌਰ ਜੇ ਪ੍ਰਧਾਨ ਨਹੀਂ ਵੀ ਬਣਦੀ ਤਾਂ ਕੁਦਰਤੀ ਤੌਰ ਤੇ ਉਸ ਤੋਂ ਬਾਅਦ ਦਾ ਜਿਹੜਾ ਅਗਲਾ ਕਦਮ ਹੋਵੇਗਾ, ਪ੍ਰਧਾਨ ਸਾਹਿਬ ਕੋ ਅਸਤੀਫਾ ਜਿਹੜਾ ਉਹ ਮੰਗਿਆ ਜਾਵੇਗਾ ਕਿ ਸਾਨੂੰ ਇਹਨਾਂ ਦੀ ਭਰੋਸਾ ਜਿਹੜਾ ਨਹੀਂ ਰਿਹਾ। ਸੋ 9 ਨਵੰਬਰ ਤੋਂ ਬਾਅਦ ਤੇ ਜੇ ਬੀਬੀ ਜਗੀਰ ਕੌਰ ਪ੍ਰਧਾਨ ਬਣ ਜਾਂਦੇ ਨੇ ਕਿਸੇ ਤਰੀਕੇ ਦੇ ਨਾਲ ਤਾਂ ਫਿਰ ਸੁਖਵਿੰਦਰ ਜੀ ਸਥਿਤੀਆਂ ਇਹੋ ਜਿਹੀਆਂ ਹੋਣਗੀਆਂ ਕਿ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੇ ਵੀ ਵਸ ਦੇ ਵਿੱਚ ਨਾ ਰਹਿਣ, ਜਿਹੜੇ ਉਧਰ ਦੇ ਬੰਦੇ ਨੇ ਸ਼ਾਇਦ ਇਸ ਪਾਸੇ ਆ ਜਾਣ। ਉਸ ਦਾ ਪ੍ਰਭਾਵ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਤੇ ਜ਼ਰੂਰ ਪਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ। ਜੇ ਬੀਬੀ ਜਗੀਰ ਕੌਰ ਪ੍ਰਧਾਨ ਬਣ ਜਾਂਦੀ ਆ ਤਾਂ ਵੀ, ਤੇ ਜੇ ਬੀਬੀ ਜਗੀਰ ਕੌਰ ਪ੍ਰਧਾਨ ਨਹੀਂ ਵੀ ਬਣਦੀ ਤਾਂ ਵੀ, ਦੋਵਾਂ ਸਥਿਤੀਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਸਤੇ ਜਿਹੜੇ ਆਉਂਦੇ ਦਿਨ ਨੇ ਉਹ ਬੜੇ ਮੁਸ਼ਕਲਾਂ ਭਰੇ ਨੇ, ਖਾਸ ਤੌਰ ਤੇ ਉਹਨਾਂ ਦੀ ਪ੍ਰਧਾਨਗੀ ਵਾਸਤੇ। ਕਿਉਂਕਿ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਆਈ, ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਅਸਤੀਫਾ ਦਿੱਤਾ ਜਾਵੇ ਜਾਂ ਹੋਰ ਚੀਜ਼ਾਂ ਇਸ ਤਰ੍ਹਾਂ ਦੇ ਕੀਤੀਆਂ ਜਾਣ, ਪਰ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੇ ਅਹੁਦੇ ਨੂੰ ਹਿੱਕ ਨਾਲ ਲਾ ਕੇ ਬੈਠੇ ਨੇ, ਕਿਸੇ ਸੂਰਤ ਵਿੱਚ ਵੀ ਉਸ ਨੂੰ ਤਿਆਗਣ ਨੂੰ ਤਿਆਰ ਨਹੀਂ ਪਾਰਟੀ। ਜਿਸ ਤਰੀਕੇ ਨਾਲ ਮਰਜ਼ੀ ਨੁਕਸਾਨ ਹੋ ਜਾਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਮਰਜ਼ੀ ਨਿਕਾਸ ਵੱਲ ਚਲੀ ਜਾਵੇ, ਪਰ ਜਿਸ ਤਰੀਕੇ ਨਾਲ ਬਾਬੇ ਨੇ ਕਿਹਾ ਕਿ ਮੈਂ ਗੁਰੂ ਹਾਂ, ਗੁਰੂ ਰਹਾਂਗਾ, ਗੁਰੂ ਸੀ, ਉਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਇਹ ਗੱਲ ਹੈਗੀ ਕਿ ਮੈਂ ਪ੍ਰਧਾਨ ਹੈਗਾ ਸੀ, ਪ੍ਰਧਾਨ ਹਾਂ ਤੇ ਪ੍ਰਧਾਨ ਮੈਂ ਹੀ ਰਹਿਣਾ, ਜੋ ਮਰਜ਼ੀ ਹੋ ਜਾਵੇ। ਬਾਕੀ ਆਉਂਦਿਆਂ ਦਿਨਾਂ 'ਚ ਸੁਖਵਿੰਦਰ ਜੀ ਇਹ ਹਾਲਾਤ ਜਿਹੜੇ ਨੇ ਉਹ ਬੜੇ ਪਾਰਟੀਆਂ ਦੇ ਮਾੜੇ ਨੇ ਜਿੱਥੇ ਪਰਿਵਾਰਵਾਦ ਭਾਰੂ ਰਿਹਾ। ਤਾਂ ਵਾਕਿਆ ਹੀ ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਵੀ ਕਹਿੰਦੇ ਨੇ ਕਿ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਤਾਂ ਉਹਨਾਂ ਨੂੰ ਥੋੜਾ ਜਿਹਾ ਬੋਲਡ ਹੋ ਕੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਬਾਦਲ ਸਾਹਿਬ ਹੁਣ ਤੁਸੀਂ ਸੇਵਾ ਤਿਆਗੋ ਕਿਸੇ ਹੋਰ ਨੂੰ ਦਿਓ, ਤਾਂ ਜੋ ਸਿੱਖ ਸੰਸਥਾਵਾਂ ਪੰਥ ਦੇ ਨਾਮ ਜਿਹੜੇ ਤਰੱਕੀ ਕਰ ਸਕੇ, ਜਿਹੜਾ ਪੰਥ ਦੇ ਵਿੱਚ ਨਿਗਾਰ ਆ ਰਿਹਾ ਉਸ ਨੂੰ ਰੋਕਿਆ ਜਾ ਸਕੇ। ਬਾਕੀ ਸੁਖਬੀਰ ਸਿੰਘ ਬਾਦਲ ਵਾਸਤੇ ਦਿਨ ਜਿਹੜੇ ਆਉਂਦੇ ਮੁਸ਼ਕਲ ਜ਼ਰੂਰ ਨੇ ਜੀ। ਟਾਂਕੀ ਸਾਹਿਬ ਦੇ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।